ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਈ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ रहन थिर नाही। संग चलत है हम भी चलना, दूर गवन सिर ऊपर मरना। क्या तू सोया जाग आना, तै जीवन जग सच कर जाना। दुनिया मुकामे फानी, तहकीक दिलदानी। मम सर मुए अजराइल गिरफ्त है, दिल है चन्नादानी। प्राणी को नाम त्यावो, अपनी पत सेती कर जाओ। बेसुमार अथाह अगनत तोलै, जो बुलाओ त्यो नानक दास बोले। सतनाम वाहिगुरु साहिब जी। फरीदा दरिया वै कन्नै बगुला, बैठा केल करे। केल करेंदे हंजनो, अचिंते बाज पए। बाज पए तिस रब दे, केलां विसरियां। जो मन चित ना चेते सन, सो गाली रब कीयां। साढ़े त्रै मन देहुरी, चलै पानी अन्ना। आयो बंदा दुनी विच, वत आसूणी बन्ना। मलकल मौत ज आवसी, सब दरवाजे पहन्ना। तिना प्यारियां भाइयां, अग्गै दिता बन्ना। वेखो बंदा चलिया, चहो जणियां दै कन्न। फरीदा अमल जे कीते दुनी विच, दरगह आए कम्मा। फरीदा हो बलिहारी तिन पंखियां, जंगल जन्ना वास। कक्कर चुगन थल वसन,
ਰੱਬ ਨਾ ਛੋਡਨ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਸਫਲ ਕਰਦਿਆਂ ਹੋਇਆਂ ਗੁਰ ਸ਼ਬਦ ਦੇ ਆਧਾਰ ਨਾਲ ਅਧਿਆਤਮਿਕ ਅਰਥਾਂ ਵਿੱਚ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰਿਆ ਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਬਾਬਾ ਸ਼ੇਖ ਫਰੀਦ ਸਾਹਿਬ ਜੀ ਪਾਵਨ ਸਲੋਕਾਂ ਦੇ ਅੰਤਰਗਤ ਅੱਜ ਵਾਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਸਾਨੂੰ ਇੱਕ ਸਲੋਕ ਦੁਆਰਾ ਜੀਵਨ ਦਾ ਸੰਪੂਰਨ ਚਿੱਤਰ ਸਮਝਾ ਰਹੇ ਹਨ ਅਤੇ ਜੀਵਨ ਦਾ ਪੂਰਨ ਚਿੱਤਰ ਦਿਖਾਉਂਦਿਆਂ ਸਮਝਾਉਂਦਿਆਂ ਸਾਡੀ ਜਿਹੜੀ ਅਚੇਤਤਾ ਕਾਲ ਦੀ ਮਾਰ ਨਾਲ ਟੁੱਟਦੀ ਹੈ, ਸਾਡੇ ਜੀਵਨ ਦੀ ਜਿਹੜੀ ਗਫਲਤ ਰੱਬੀ ਕਾਲ ਦੀ ਮਾਰ ਨਾਲ ਟੁੱਟਦੀ ਹੈ, ਉਹਦੇ ਸੰਬੰਧੀ ਸਤਰਕ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਿਉਂਕਿ ਜੀਵਨ ਦੇ ਵਿੱਚ ਮਨੁੱਖ ਜਦੋਂ ਹੀ ਆਪਣੇ ਮਨੁੱਖਾ ਜੀਵਨ ਦਾ ਉਹਦਾ ਸਿਲਸਿਲਾ ਆਰੰਭ ਹੁੰਦਾ ਹੈ, ਕਿਉਂਕਿ ਜਿਤਨੇ ਕੁਝ ਦਾ ਉਹਨੂੰ ਬੋਧ ਹੁੰਦਾ ਉਹ ਸਾਰਾ ਕੁਝ ਬਾਹਰ ਪਿਆ ਹੋਇਆ ਹੈ। ਉਹਨੂੰ ਆਪਣੇ ਜਿਵੇਂ ਜਿਵੇਂ ਬਾਹਰ ਦੇ ਕੇ ਉਹਦੀ ਦ੍ਰਿਸ਼ਟੀ ਬੋਧ ਪੈਦਾ ਕਰਦੀ ਹੈ, ਉਵੇਂ ਉਵੇਂ ਚੀਜ਼ਾਂ ਨਾਲ ਜੁੜਦਾ ਹੈ। ਸੰਬੰਧੀ ਦੇਖੇ ਨੇ ਬਾਹਰ ਸਰੀਰਕ ਰੂਪ ਦੇ ਵਿੱਚ, ਉਹਨਾਂ ਨਾਲ ਜੁੜਿਆ। ਪਦਾਰਥ ਦੀ ਕੀਮਤ ਜਾਣੀ ਹੈ ਬਾਹਰੀ ਤਲ 'ਤੇ, ਪਦਾਰਥ ਨਾਲ ਜੁੜਿਆ। ਇਸ ਕਰਕੇ ਜੀਵਨ ਦੇ ਵਿੱਚ ਸਾਰੀ ਜੀਵਨ ਬਾਹਰ ਮੁਖਤਾ ਬਣੀ ਰਹਿਣ ਕਰਕੇ ਮਨੁੱਖ ਜਿਹੜੇ ਜੀਵਨ ਦੇ ਅੰਦਰ ਵਰਤਾਰੇ ਚੱਲ ਰਹੇ ਹੁੰਦੇ ਹਨ, ਨਾ ਤਾਂ ਉਹਨਾਂ ਪ੍ਰਤੀ ਸੁਚੇਤ ਹੁੰਦਾ ਹੈ, ਨਾ ਉਹਨਾਂ ਨੂੰ ਬੁੱਝਣ ਦਾ ਯਤਨ ਕਰਦਾ ਹੈ। ਜਿਵੇਂ ਸਵਾਸਾਂ ਦੇ ਤਲ ਦੀ ਗੱਲ ਕੀਤੀ ਜਾਵੇ, ਇਤਨਾ ਹੈ ਕਿ ਮਨੁੱਖ ਨੂੰ ਗਿਆਤ ਹੈ ਕਿ ਸਵਾਸ ਦੀ ਅੰਦਰ ਬਾਹਰ ਆਉਣ ਜਾਣ ਦੀ ਪ੍ਰਕਿਰਿਆ ਨਾਲ ਜੀਵਨ ਬਣਿਆ ਹੈ, ਪਰ ਥੋੜ੍ਹਾ ਜਿਹਾ ਇਹਦੇ ਮਗਰ ਝਾਤ ਮਾਰਨ ਦਾ ਯਤਨ ਨਹੀਂ ਕਰਨਾ ਕਿ ਹਰੇਕ ਪ੍ਰਾਣ ਦੇ ਗੁਜ਼ਰਨ ਨਾਲ ਜੀਵਨ ਦੀ ਔਧ ਮੁੱਕਦੀ ਜਾ ਰਹੀ ਹੈ। ਇਸ ਕਰਕੇ ਫਿਰ ਪੂਰੇ ਜੀਵਨ ਦੇ ਹਾਲਾਤ ਨੂੰ ਬਾਬਾ ਫਰੀਦ ਸਾਹਿਬ ਜੀ ਸਲੋਕ ਦੁਆਰਾ ਅੰਕਿਤ ਕਰਦੇ ਹਨ। ਇਹ ਕੁਦਰਤੀ ਦ੍ਰਿਸ਼ ਇੰਜ ਦੇ ਵਾਪਰ ਵੀ ਜਾਂਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੇਖਣ 'ਚ ਆਇਆ ਦਰਿਆ ਦੇ ਕੰਢੇ 'ਤੇ ਬੈਠਾ ਹੋਇਆ ਇੱਕ ਬਗਲਾ, ਕੇਲ ਕਰਦਾ ਹੈ, ਭਾਵ ਕਲੋਲਾਂ ਕਰਦਾ ਹੈ ਪਾਣੀ ਦੇ ਨਾਲ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਜਿਹੜੇ ਰੂਪਕ ਰੱਖੇ ਹਨ ਉਹ ਸਿਲਸਿਲੇਵਾਰ ਧਿਆਨ ਦੇ ਵਿੱਚ ਰੱਖਣਾ। ਦਰਿਆਵੈ, ਦਰਿਆਵੈ ਦਾ ਭਾਵ ਜਗਤ ਦਾ ਇਹ ਵਹਿਣ ਜਿਹਦੇ ਵਿੱਚ ਬੜਾ ਕੁਝ ਵਹਿ ਗਿਆ ਹੈ। ਵੱਡੇ ਵੱਡੇ ਭੂਮੀਪਤੀਆਂ ਦੀ ਭੂਮੀ ਵਹਿ ਗਈ ਹੈ, ਵਿਦਵਾਨਾਂ ਦੀ ਵਿਦਵਤਾ ਵਹਿ ਗਈ ਹੈ, ਸੂਰਬੀਰਾਂ ਦੀ ਸੂਰਬੀਰਤਾ ਵਹਿ ਗਈ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀਆ ਦਾ ਅਸਲ ਰੂਪ ਭਾਵ ਹੈ ਦਰਿਆਵੈ, ਕਿ ਕਾਲ ਦਾ ਇੱਕ ਵਹਿਣ ਵਗਦਾ ਜਾ ਰਿਹਾ ਹੈ।
ਸਾਰੇ ਇਹਦੇ ਵਿੱਚ ਵਹਿੰਦੇ ਜਾ ਰਹੇ ਹਨ। ਤਾਂ ਕਹਿੰਦੇ ਇਸ ਵਗਦੇ ਹੋਏ ਦਰਿਆ ਦੇ ਕੰਢੇ 'ਤੇ ਮਨੁੱਖ ਜਿਹੜਾ ਹੈ, ਜਿਵੇਂ ਇੱਕ ਬਗਲੇ ਦੀ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਬਗਲਾ ਇੱਕ ਬੈਠਾ ਹੋਇਆ ਅਤੇ ਉਹ ਕੇਲ ਕਲੋਲਾਂ ਕਰਦਾ ਜਲ ਦੇ ਨਾਲ, ਅਤੇ ਕਰਦਿਆਂ ਕਰਦਿਆਂ ਉਹ ਆਪਣੇ ਆਪ ਨੂੰ ਇੰਨਾ ਸ਼੍ਰੇਸ਼ਟ ਜਾਂ ਆਪਣੀਆਂ ਕਲੋਲਾਂ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਿ ਉਹਦੇ ਵਿਪਰੀਤ ਵੀ ਕੁਝ ਵਾਪਰ ਜਾਏਗਾ ਇਹਦਾ ਉਹਨੂੰ ਖਿਆਲ ਨਹੀਂ ਰਹਿੰਦਾ। ਜਿਵੇਂ ਕੁਦਰਤੀ ਹੈ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਬਗਲਾ, ਤਾਂ ਬਗਲਾ ਜਿਹੜਾ ਹੈ ਉਹਦੀ ਚੇਸ਼ਟਾ ਹੈ ਮੱਛੀਆਂ ਪਕੜਨੀਆਂ ਚੁੰਝ ਆਦਿਕ ਦੇ ਨਾਲ, ਅਤੇ ਉਹ ਪਹਿਲਾਂ ਜਲ ਦੇ ਵਿੱਚ ਪਾ ਕੇ ਕਈ ਵਾਰੀ ਚੁੰਝ 'ਚ ਪਾਣੀ ਭਰ ਕੇ ਆਪਣੀ 'ਚ ਅਤੇ ਬਾਰ-ਬਾਰ ਕਦੀ ਕੱਢਦਾ ਹੈ ਅਤੇ ਜਲ ਦੇ ਨਾਲ ਅਟਕੇਲੀਆਂ ਕਰਦਾ ਹੈ, ਅਤੇ ਜਿਹੜੀਆਂ ਮੱਛੀਆਂ ਆਦਿਕ ਉਹਨਾਂ ਨੂੰ ਭਰਮ ਪੈਂਦਾ ਕਿ ਸ਼ਾਇਦ ਕੋਈ ਆਮ ਕਿਰਿਆ ਹੀ ਹੋ ਰਹੀ ਹੈ, ਜਲ ਦੇ ਵਿੱਚ ਜਲ ਉਛਲ ਕੁੱਦ ਕਰ ਰਿਹਾ ਹੈ, ਜਲ ਦੇ ਵਿੱਚ ਕੋਈ ਹਿਲਜੁਲ ਹੋ ਰਹੀ ਹੈ, ਉਹ ਉਸ ਤਰਫ ਆਉਣਾ ਸ਼ੁਰੂ ਕਰ ਦਿੰਦੀਆਂ ਨੇ। ਤਾਂ ਜਦੋਂ ਉਹ ਨਿਰਣਾ ਕਰ ਲੈਂਦਾ ਕਿ ਹਾਂ ਜਿੱਥੇ ਕੋ ਬੈਠਾ ਹੋਇਆ ਉੱਥੇ ਆ ਜਾਂਦੀਆਂ ਨੇ, ਫਿਰ ਆਪਣਾ ਕਪਟ ਦਾ ਪ੍ਰਗਟਾਵਾ ਕਰਕੇ ਆਪਣੀ ਚੁੰਝ ਦੇ ਨਾਲ ਇੱਕ ਅੱਧੀ ਮੱਛੀ ਨੂੰ ਉਠਾ ਲੈਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇੰਜ ਦੀ ਸਾਰੀ ਕਿਰਿਆ ਦੇ ਵਿੱਚ ਬੰਦਾ ਮਸਤ ਹੈ, ਉਹ ਬਗਲਾ ਮਸਤ ਹੈ, ਅਨੇਕਾਂ ਮੱਛੀਆਂ ਨੂੰ ਖਾ ਗਿਆ। ਇਹਨੂੰ ਖਿਆਲ ਇਹ ਵਾਪਰਿਆ ਕਿ ਸ਼ਾਇਦ ਜਿਵੇਂ ਮੈਂ ਇਹਨਾਂ ਨੂੰ ਖਤਮ ਕਰ ਲਿਆ, ਮੇਰੇ ਤੋਂ ਅੱਗੇ ਕੁਝ ਨਹੀਂ ਹੈ, ਮੈਂ ਇਹਨਾਂ ਨਾਲ ਕਪਟ ਕੀਤਾ, ਇਹਨਾਂ ਦਾ ਜੀਵਨ ਸਮਾਪਤ ਕਰ ਲਿਆ, ਆਪਣਾ ਸਵਾਦ ਦੀ ਪੂਰਤੀ ਕਰ ਲਈ, ਪਰ ਮੇਰੇ ਤੋਂ ਅੱਗੇ ਕੋਈ ਨਹੀਂ ਹੈ। ਆਪਣੀਆਂ ਕਲੋਲਾਂ ਦੇ ਵਿੱਚ ਆਪਣੇ ਜੀਵਨ ਦੀਆਂ ਦੁਨਿਆਵੀ ਕਿਰਿਆਵਾਂ ਦੇ ਵਿੱਚ ਇੰਨਾ ਉਲਝਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੇਲ ਕਰਿੰਦੇ ਹੰਝ ਨੂੰ, ਇਸ ਮਸਤ ਹੋਏ ਖੇਲ ਦੇ ਵਿੱਚ ਬਗਲੇ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਅਚੇਤ ਬਿਲਕੁਲ ਹੋਇਆ ਹੁੰਦਾ ਹੈ, ਅਤੇ ਜਿਹੜੇ ਹਨ ਅਚਿੰਤੇ ਬਾਜ ਪਏ, ਅਤੇ ਅਚਾਨਕ ਬਾਜ ਵਰਗੇ ਸ਼ਿਕਾਰੀ ਜਿਹੜੇ ਪੰਛੀ ਹਨ ਉਹ ਆ ਕੇ ਜਦੋਂ ਪਕੜ ਕੇ ਬਗਲੇ ਨੂੰ ਉਸੇ ਤਰ੍ਹਾਂ ਉਠਾ ਕੇ ਲੈ ਜਾਂਦੇ ਹਨ। ਤਾਂ ਕਹਿੰਦੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਅਤੇ ਬਾਜ ਦੀ ਝਪਟ ਵੱਜਣ ਦੇ ਨਾਲ ਭੁੱਲ ਜਾਂਦਾ ਹੈ ਕਿ ਕਿਹੜੀਆਂ ਕੇਲਾਂ ਕਰਨੀਆਂ ਸਨ ਜਾਂ ਕਿਹੜੀਆਂ ਕਰ ਰਿਹਾ ਸਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਮਨ ਚੇਤਨਾ ਚੇਤੇ ਸਨ, ਇਸ ਕਰਕੇ ਜਿਹੜੀਆਂ ਮਨ ਵਿੱਚ ਨਹੀਂ ਚੇਤੇ ਸਨ ਉਹ ਸਾਰੀਆਂ ਹੀ ਗੱਲਾਂ ਰੱਬ ਨੇ ਕਰਕੇ ਅਤੇ ਇਹਨੂੰ ਜੀਵਨ ਦਾ ਸੰਪੂਰਨ ਚਿੱਤਰ ਦਿਖਾ ਦਿੱਤਾ ਹੈ ਕਿ ਜੀਵਨ ਦੇ ਨਾਲ ਮੌਤ ਵੀ ਹੈ, ਜੀਵਨ ਦੇ ਵਿੱਚ ਜੇ ਹਰਸ਼ੋ ਉਲਾਸ ਹੈ ਅਤੇ ਜੀਵਨ ਦੇ ਵਿੱਚ ਗਹਿਰੀ ਉਦਾਸੀ ਵੀ ਹੈ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਦਰਿਆਵੈ ਕੰਨੈ ਬਗੁਲਾ। ਹੁਣ ਬਗਲਾ ਰੂਪਕ ਵਰਤਣ ਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਆਪਣੇ ਜੀਵਨ ਦਾ ਸਿਲਸਿਲਾ ਸ਼ੁਰੂ ਕਰਦਾ ਹੈ, ਇਹ ਦੁਨੀਆਦਾਰ ਹੋ ਕੇ ਬਗਲੇ ਦੀ ਬ੍ਰਿਤੀ ਧਾਰਨ ਕਰ ਲੈਂਦਾ ਹੈ। ਵੇਸ ਉਜਲਾ ਹੈ ਪਰ ਚੇਸ਼ਟਾ ਮਾੜੀ ਹੈ। ਚੇਸ਼ਟਾ ਮਾੜੀ ਦੇ ਬਹਿ ਕੇ ਜਿਹੜਾ ਹੈ ਦੁਨੀਆਦਾਰ ਦੇ ਵਿੱਚ ਜਾ ਕੇ ਬੈਠਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੇਲ ਕਰੇ, ਮਨੁੱਖ ਆਪਣੇ ਤਰ੍ਹਾਂ ਤਰ੍ਹਾਂ ਦੀਆਂ ਕਲੋਲਾਂ ਨੂੰ ਜਨਮ ਦਿੰਦਾ ਹੈ, ਛਲ ਕਪਟ ਦੇ ਨਾਲ ਉੱਜਲ ਵੇਸ ਦਿਖਾ ਕੇ ਆਪਣੀ ਲੋਭ ਰੂਪ ਬ੍ਰਿਤੀ ਦੀ ਪੂਰਤੀ ਕਰਦਾ ਹੈ। ਸੰਸਾਰ ਦੇ ਵਿੱਚ ਕਪਟ ਦੇ ਅਧੀਨ ਹੁੰਦਿਆਂ ਹੋਇਆਂ ਦੂਜਿਆਂ ਦੀ ਮਾਣ ਸੰਪਦਾ ਨੂੰ ਚਰਾਉਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਝ ਦੀ ਬੜੀ ਇੱਕ ਸਫਲਤਾ ਬਣ ਜਾਂਦੀ ਹੈ ਕਿ ਹੁਣ ਤੱਕ ਬੜਿਆਂ ਨੂੰ ਜਿਹੜਾ ਜਿਵੇਂ ਮੱਛੀਆਂ ਧੋਖੇ ਵਿੱਚ ਆ ਕੇ ਪਕੜੀ ਗਿਆ, ਉਹਨਾਂ ਨਾਲ ਕਪਟ ਕਰਕੇ ਸਮਝਦਾ ਹੈ ਕਿ ਮੇਰੇ ਜੀਵਨ ਦੀ ਗਤੀ ਇੰਝ ਹੀ ਚੱਲਦੀ ਜਾਣੀ ਹੈ। ਤਾਂ ਕਹਿੰਦੇ ਇਹਨਾਂ ਕਲੋਲਾਂ ਦੇ ਵਿੱਚ ਉਹਨੂੰ ਜੀਵਨ ਦੀ ਅਸਲੀਅਤ ਭੁੱਲ ਜਾਂਦੀ ਹੈ ਕਿ ਜੇ ਤੂੰ ਅੱਜ ਇਹਨਾਂ ਲਈ ਕਾਲ ਬਣ ਰਿਹਾ ਹੈ ਤਾਂ ਤੇਰੇ ਉੱਪਰ ਵੀ ਇੱਕ ਕਾਲ ਦੀ ਸਦੀਵ ਜਿਹੜੀ ਮਾਰ ਅਟੱਲ ਖੜੀ ਹੈ। ਅੱਜ ਤੂੰ ਇਹਨਾਂ ਦੇ ਲਈ ਕਾਲ ਬਣਿਆ ਹੋਇਆ ਅਤੇ ਆਪਣੇ ਆਪ ਨੂੰ ਸ਼੍ਰੇਸ਼ਟ ਸਮਝਦਾ ਹੈ, ਪਰ ਕਾਲ ਇੱਕੋ ਹੀ ਅਟੱਲ ਹਸਤੀ ਹੈ ਜੋ ਪ੍ਰਭੂ ਦਾ ਹੁਕਮ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਇਹ ਜੀਵਨ ਦੀ ਹਾਲਤ ਨਾ ਭੁੱਲੀ ਤਾਂ ਅਚਿੰਤੇ ਬਾਜ ਪਏ, ਜਿਹੜਾ ਜੀਵਨ ਅਚੇਤਗੀ ਵਿੱਚ ਚਲਿਆ ਜਾਂਦਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕੇਲ ਕਰੇ। ਕੇਲ ਕਰੇ ਦੇ ਵਿੱਚ ਕੀ ਆਉਂਦਾ ਹੈ ਕਿ ਮਨੁੱਖ ਨੇ ਜੀਵਨ ਦਾ ਗਹਿਰੇ ਅਰਥ ਵਸਾਰੇ ਹੋਏ ਹਨ। ਜੀਵਨ ਦੇ ਵਿੱਚ ਸਿਲਸਿਲੇਵਾਰ ਗੱਲ ਕਰੀਏ ਤਾਂ ਜ਼ਿਆਦਾ ਸਮਝ ਆਏਗੀ। ਕੇਲ ਕਰੇ ਦਾ ਭਾਵ ਹੈ ਜੀਵਨ ਦੇ ਵਿੱਚ ਉਦਰ ਦੀ ਪੂਰਤੀ ਕਰਨੀ ਹੈ। ਬਹੁਤ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਭੋਜਨ ਦੀ ਜਿਹੜਾ ਸਰੋਤ ਚਾਹੀਦਾ, ਪਰ ਆਪਣੇ ਜੀਵਨ ਦੇ
ਉਦਰ ਪੂਰਤੀ ਨੂੰ ਸਵਾਦਾਂ ਦੀਆਂ ਵਾਸਨਾ ਵਿੱਚ ਲਿਪਤ ਕੀਤਾ ਅਤੇ ਹਜ਼ਾਰਾਂ ਜੀਵਾਂ ਦਾ ਅਪਹਰਣ ਇੱਕ ਦਿਨ ਦੇ ਵਿੱਚ ਇੱਕ ਜੀਵ ਖਾਤਰ ਹੁੰਦਾ ਹੈ। ਜੀਵਨ ਦੇ ਵਿੱਚ ਜਦੋਂ ਪੈਦਾ ਹੋਇਆ ਤੇ ਇਤਨਾ ਜ਼ਿਆਦਾ ਅਚੇਤ ਸੀ, ਆਪਣਾ ਨਾਮ, ਰੂਪ, ਜਾਤ, ਰੰਗ, ਸੰਪਦਾ ਕੁਝ ਵੀ ਨਹੀਂ ਸੀ ਪਤਾ। ਅੱਜ ਜਰਾ ਹਰ ਇੱਕ ਪੱਖ 'ਤੇ ਆਪਣੇ ਪੱਖ ਨੂੰ ਐਸਟੈਬਲਿਸ਼ ਕਰਨ ਦੇ ਲੱਗਾ ਹੈ। ਮੇਰਾ ਨਾਮ, ਮੇਰੀ ਜ਼ਾਤ, ਮੇਰਾ ਅਹੁਦਾ, ਇਹ ਸਾਰੇ ਕੁਝ ਨੂੰ, ਅਤੇ ਇਸ ਚੇਤਗੀ ਦੇ ਵਿੱਚ ਇਹਨਾਂ ਸਾਰੀਆਂ ਸਥਿਤੀਆਂ ਨੂੰ ਪੂਰਾ ਕਰਨ ਦੇ ਲਈ ਅਹੰਕਾਰ ਦੀ ਵਰਤੋਂ ਕਰਦਾ ਹੈ। ਜੀਵਨ ਦੇ ਵਿੱਚ ਇੰਨੀ ਜ਼ਿਆਦਾ ਬੇਗਾਨਗੀ ਹੈ ਕਿ ਸਵਾਸ ਵੀ ਮਾਲਕ ਤੋਂ ਉਧਾਰੇ ਲੈ ਰਿਹਾ ਹੈ, ਕਾਇਆ ਵੀ ਉਸਨੇ ਦਿੱਤੀ ਹੋਈ ਹੈ, ਹੋਰ ਜਿਹੜੇ ਜੀਵਨ ਦਾ ਰਿਜ਼ਕ ਵੀ ਸ੍ਰਿਸ਼ਟੀ ਤੋਂ ਲੈ ਰਿਹਾ ਹੈ, ਪਰ ਸਾਰਾ ਕੁਝ ਦਾਅਵੇਦਾਰ ਆਪਣੇ ਆਪ ਦਾ ਜਤਾ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਕੇਲ ਕਰਦਾ ਹੈ, ਭਾਵ ਕਿ ਜੀਵਨ ਸਾਰਾ ਨਿਰੰਕਾਰ ਨੇ ਸਿਰਜਿਆ, ਸਮਝ ਆਪਣੀ ਥੋਪ ਕੇ ਅਤੇ ਆਪਣੇ ਅਧੀਨ ਕਰਕੇ ਬੈਠਾ ਹੋਇਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਕੇਲ ਉਹਦੇ ਵਿੱਚ ਕਈ ਕੁਝ ਕਰਦਾ ਹੈ। ਜੇ ਧਨ ਸੰਪਦਾ ਹੋਵੇ ਤਾਂ ਦੂਜਿਆਂ ਦੇ ਜੀਵਨ 'ਤੇ ਦਬਾਉਕਾਰੀ ਨੀਤੀ ਅਪਣਾਉਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਕਲੋਲ ਕਰਨ ਵਾਲੇ ਹਨ ਜਗਤ ਦੇ ਨਾਲ, ਕਦੇ ਕਪਟ ਕਰਕੇ, ਕਦੇ ਅਹੰਕਾਰ ਕਰਕੇ, ਕਦੇ ਵਾਸਨਾ ਕਰਕੇ, ਕਹਿੰਦੇ ਉਹਨਾਂ ਨੂੰ ਜੀਵਨ ਦੀ ਇਸ ਹਾਲਤ ਦੇ ਵਿੱਚ ਲੱਗਣ ਲੱਗ ਪੈਂਦਾ ਕਿ ਇਸ ਤੋਂ ਅੱਗੇ ਸ਼ਾਇਦ ਕੋਈ ਮੁਕੰਮਲ ਸਾਡੇ ਖਾਤਮੇ ਵਾਲਾ ਹੈ ਹੀ ਨਹੀਂ। ਔਰ ਦੂਜੀ ਗੱਲ, ਜਿਹੜੀਆਂ ਜਗਤ ਦੀਆਂ ਦੁਨਿਆਵੀ ਕਿਸਮ ਦੀਆਂ ਕਲੋਲਾਂ ਨੇ, ਇਹ ਬੰਦੇ ਨੂੰ ਗਫਲਤ ਵਿੱਚ ਪਾ ਹੀ ਦਿੰਦੀਆਂ ਨੇ। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਜਦੋਂ ਕਿਸੇ ਇੱਕ ਸਿਲਸਿਲੇ ਵਿੱਚ ਚੱਲਿਆ ਜਾਂਦਾ ਹੈ, ਭਾਵੇਂ ਉਹ ਗਲਤ ਸਿਲਸਿਲਾ ਹੀ ਹੋਵੇ, ਜਦੋਂ ਉਹਨੂੰ ਕੋਈ ਅੜਚਨ ਨਹੀਂ ਆਉਂਦੀ ਉਹ ਸਮਝਦਾ ਨਹੀਂ ਇਹ ਠੀਕ ਹੀ ਹੈ, ਕਿਉਂਕਿ ਅੜਚਨ ਨਹੀਂ ਆਈ ਹੁਣ ਤੱਕ। ਭਾਵ ਕਿ ਜੇ ਬਗਲੇ ਵਾਂਗ ਕਪਟੀ ਹੋ ਕੇ ਸੰਸਾਰ ਦਾ ਸਭ ਤਰ੍ਹਾਂ ਦੇ ਹੱਕ ਦਾ ਅਪਹਰਣ ਕਰਦਿਆਂ ਕੋਈ ਬਿਪਤਾ ਨਹੀਂ ਆਈ, ਭਾਵ ਕਿ ਕਾਨੂੰਨ ਨੇ ਨਹੀਂ ਪਕੜਿਆ, ਸਮਾਜ ਨੇ ਨਹੀਂ ਕੋਈ ਇਤਰਾਜ਼ ਕੀਤਾ, ਤਾਂ ਇਹਦਾ ਭਾਵ ਇਹ ਨਹੀਂ ਕਿ ਤੇਰਾ ਕਪਟ ਸਦੀਵੀ ਹੀ ਚੱਲਦਾ ਰਹੇਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਉਹ ਕਲੋਲ ਰੂਪ ਕਪਟ ਹੈ, ਫਿਰ ਅਚਿੰਤੇਬਾਜ਼ ਉਹਦੇ ਇਸ ਕਪਟ ਨੂੰ ਤੋੜਦੇ ਹਨ। ਜੇ ਦੁਨੀਆ ਨਹੀਂ ਤੋੜ ਸਕੀ ਜਾਂ ਕੋਈ ਹੋਰ ਨਿਜ਼ਾਮ ਨਹੀਂ ਤੋੜ ਸਕਿਆ ਇਹਦੀ ਗਫਲਤ ਨੂੰ, ਤਾਂ ਫਿਰ ਇਹਦੇ ਤੋਂ ਵੱਡੇ ਬਲਸ਼ਾਲੀ ਬਾਜ਼ ਆਉਂਦੇ ਹਨ, ਜਿਨ੍ਹਾਂ ਦੇ ਪੰਜਿਆਂ ਦੀ ਮਾਰ ਦੇ ਨਾਲ ਮੁੜ ਕੇ ਦੇ ਪ੍ਰਾਣ ਪਖੇਰੂ ਹੋ ਜਾਂਦੇ ਹਨ। ਇਸ ਕਰਕੇ ਜੀਵ ਨੂੰ ਸਤਰਕ ਰਹਿਣਾ ਚਾਹੀਦਾ ਹੈ ਕਿ ਜੀਵਨ ਦੀਆਂ ਜਿਹੜੀਆਂ ਦੁਨਿਆਵੀ ਕਿਸਮ ਦੀਆਂ ਜਿਹੜੀਆਂ ਰਸਾਦਿਕ ਕਲੋਲਾਂ ਹਨ, ਉਹ ਜੀਵਨ ਨੂੰ ਗਫਲਤ ਵਿੱਚ ਪਾ ਦਿੰਦੀਆਂ ਹਨ, ਅਤੇ ਗਫਲਤ ਵਿੱਚ ਪਿਆ ਹੋਇਆ ਜੀਵ ਮੌਤ ਦੀ ਸੱਚ ਅਸਲੀਅਤ ਨੂੰ ਵਿਸਾਰ ਦਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ, ਜ਼ਿੰਦਗੀ ਭਰ ਕਪਟ ਕਰਕੇ ਧਨ ਇਕੱਠਾ ਕੀਤਾ, ਸੋਚਦਾ ਮੈਂ ਇਹਦਾ ਸਦੀਵੀ ਮਾਲਕ ਬਣਿਆ ਰਹਾਂਗਾ। ਜਦੋਂ ਧਨ ਨੂੰ ਛੱਡ ਕੇ ਰੁਖਸਤ ਹੋਣਾ ਪਿਆ ਅਤੇ ਫਿਰ ਜੀਵਨ ਦੇ ਵਿੱਚ ਸੋਚਿਆ ਹੀ ਨਹੀਂ ਸੀ ਕਦੇ ਕਿ ਇੰਜ ਹੋ ਜਾਵੇਗਾ। ਹਜ਼ਾਰਾਂ ਦੇ ਜੀਵਨ ਨੂੰ ਦਬਾ ਕੇ ਨਗੂਣਾ ਸਾਬਤ ਕਰ ਦਿੱਤਾ, ਪਰ ਆਪਣਾ ਜੀਵਨ ਕਾਲ ਦੀ ਮਾਰ ਦੇ ਨਾਲ ਇੰਨੀ ਛੇਤੀ ਸਕਿੰਟਾਂ ਵਿੱਚ ਸਿਮਟ ਜਾਏਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਗੱਲ ਦੀ ਕਲਪਨਾ ਨਹੀਂ ਕੀਤੀ। ਕਿਉਂਕਿ ਕਲੋਲਾਂ ਦੇ ਵਿੱਚ ਉਲਝਿਆ ਹੋਇਆ ਸੀ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਤਾਂ ਕਿ ਭਾਵ ਸਪਸ਼ਟ ਹੋ ਜਾਏ। ਇੱਕ ਮਹਾਤਮਾ ਕਿਸੇ ਨਗਰ ਦੇ ਵਿੱਚ ਰਹਿੰਦੇ ਸਨ। ਉਸ ਨਗਰ ਦੇ ਵਿੱਚ ਰਹਿੰਦਿਆਂ ਜਿਹੜੇ ਉੱਥੋਂ ਦੇ ਭੂਮੀਪਤੀ ਲੋਕ ਸਨ ਜਾਂ ਮਨਮੁਖੀ ਕਿਸਮ ਦੇ ਲੋਕ ਸਨ, ਉਹਨਾਂ ਰੋਜ਼ਾਨਾ ਮਹਾਤਮਾ ਦੇ ਜੀਵਨ ਨੂੰ ਕਿਸੇ ਨਾ ਕਿਸੇ ਨੁਕਤੇ ਤੋਂ ਤੰਗ ਕਰਿਆ ਕਰਨਾ, ਕਦੇ ਮਜ਼ਾਕ ਉਡਾਉਣਾ, ਕਦੇ ਉਹਨੂੰ ਬੈਠਣ ਆਦਿਕ ਦੇ ਵਿੱਚ ਭਗਤੀ ਕਰਨ ਦੇ ਵਿੱਚ ਵਾਧਾ ਪਾਉਣੀ। ਉਹ ਰੋਜ਼ਾਨਾ ਕਈ ਵਰ੍ਹੇ ਉਹਦੀ ਜ਼ਿੰਦਗੀ ਦੇ ਬੀਤ ਗਏ, ਉਹਨੇ ਕਿਸੇ ਨੂੰ ਕੁਝ ਨਾ ਕਿਹਾ, ਬਿਲਕੁਲ ਸ਼ਾਂਤ ਚਿੱਤ ਰਿਹਾ। ਕੁਦਰਤੀ ਥੋੜ੍ਹੇ ਸਮੇਂ ਬਾਅਦ ਜਦੋਂ ਉਹਦਾ ਬੜਾ ਜੀਵਨ ਬਤੀਤ ਹੋ ਗਿਆ, ਅੰਤਮ ਉਮਰ ਦੇ ਉਹਦੇ ਪਾਸ ਕੋਈ ਇੱਕ ਜਗਿਆਸੂ ਆ ਕੇ ਰਹਿਣ ਲੱਗ ਪਿਆ। ਤਾਂ ਉਸ ਨੇ ਜਗਿਆਸੂ ਨੇ ਵੀ ਦੇਖਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਹੈ ਇਹ ਰੋਜ਼ ਭਗਤੀ ਦੇ ਵਿੱਚ ਵਾਧਾ ਪਾਉਂਦੇ ਨੇ, ਜਦੋਂ ਧਿਆਨ ਸਾਧਨਾ ਕਰਨ ਲੱਗਦੇ ਹਾਂ, ਚਾਹੇ ਸ਼ੈਤਾਨੀ ਕਰਦੇ ਨੇ ਚਾਹੇ ਕੁਝ ਹੋਰ ਕਰਦੇ ਨੇ। ਉਹ ਮਹਾਤਮਾ ਨੂੰ ਕਹਿਣ ਲੱਗਾ ਇਹਨਾਂ ਦੇ ਜੀਵਨ ਦੀ ਜਿਹੜੀ ਆ ਮਾੜੀ ਤਰਬੀਅਤ ਬਣੀ ਹੋਈ ਹੈ ਕਿ ਬੰਦਗੀ ਵਾਲੇ ਦੀ ਇਕਾਗਰਤਾ ਨਹੀਂ ਬਣ ਦਿੰਦੇ, ਇਹ ਕਦੋਂ ਕਦੀ ਹੋ ਰਹੀ ਹੈ। ਕਹਿੰਦਾ ਜਦੋਂ ਦਾ ਮੈਂ ਬੰਦਗੀ ਕਰਨ ਬੈਠਾ ਹੋਇਆ। ਕਹਿੰਦਾ ਕਿਤਨੇ ਸਾਲ ਹੋ ਗਏ। ਕਹਿੰਦਾ ਜੀਵਨ ਦੀ ਸਾਰੀ ਆਰਜ਼ੂ ਬਤੀਤ ਹੋ ਗਈ। ਕਹਿੰਦਾ ਕਦੇ ਤੁਹਾਡੇ ਅੰਦਰ ਖਿਆਲ ਨਹੀਂ ਆਇਆ ਕਿ ਇਹਨਾਂ ਦੀ ਸ਼ੈਤਾਨੀ ਨੂੰ ਰੋਕਿਆ ਜਾਵੇ ਜਾਂ ਇਹਦਾ ਕੋਈ ਉਚਿਤ ਜਵਾਬ ਦਿੱਤਾ ਜਾਵੇ।
ਤਾਂ ਉਸ ਮਹਾਤਮਾ ਨੇ ਬੜੇ ਸੁੰਦਰ ਵਚਨ ਕਹੇ। ਕਹਿਣ ਲੱਗੇ, ਉਹਨੇ ਕਿ ਆਪਣੇ ਜਗਿਆਸੂ ਨੇ ਵਚਨ ਕਹੇ, ਕਹਿਣ ਲੱਗਾ ਕਿ ਇਹ ਦੁਨੀਆਦਾਰ ਲੋਕ ਹਨ ਅਤੇ ਇਹ ਸਮਝਦੇ ਹਨ ਕਿ ਜਿਵੇਂ ਦੇ ਸ਼ੈਤਾਨੀ ਦੇ ਕਰਮ ਕਰਕੇ ਸਾਨੂੰ ਸਵਾਦ ਆਉਂਦਾ ਹੈ, ਉਵੇਂ ਦੇ ਸ਼ੈਤਾਨੀ ਕਰਮ ਜੇ ਸਾਧ ਪੁਰਖ ਕਰਨਗੇ ਫਿਰ ਸ਼ਾਇਦ ਸਾਡੀ ਗੱਲ ਬਣ ਜਾਏ। ਇਸ ਕਰਕੇ ਇਹ ਝੱਖ ਮਾਰਦੇ ਹਨ, ਇਹ ਮੇਰੀ ਭਗਤੀ 'ਚ ਵਾਧਾ ਨਹੀਂ ਪਾਉਂਦੇ। ਇਹ ਝੱਖ ਮਾਰਦੇ ਹਨ ਕਿ ਜਦੋਂ ਮੈਂ ਇਸ ਯਤਨ ਤੋਂ ਹਟ ਜਾਵਾਂਗਾ ਫਿਰ ਕੁਦਰਤੀ ਮਨ ਦਾ ਸੁਭਾਅ ਬਣੇਗਾ ਕਿ ਜਿਵੇਂ ਦੇ ਇਹ ਦੁਨਿਆਵੀ ਕਰਮਾਂ ਵਿੱਚ ਵਿਕਾਰਾਂ ਵਿੱਚ ਲਿਪਤ ਹਨ, ਉਵੇਂ ਦਾ ਇਸ ਸਾਧ ਦਾ ਵੀ ਜੀਵਨ ਹੋ ਜਾਏ। ਇਸ ਕਰਕੇ ਇਹ ਤਾਂ ਐਸਾ ਯਤਨ ਕਰਦੇ ਹਨ। ਅਤੇ ਮੈਂ ਜਵਾਬ ਇਸ ਕਰਕੇ ਨਹੀਂ ਦਿੰਦਾ ਕਿਉਂਕਿ ਮੈਂ ਆਪਣੇ ਅੰਦਰ ਧੁਨ ਪਕਾਈ ਹੋਈ ਹੈ ਕਿ ਮੈਂ ਸ਼੍ਰੇਸ਼ਟ ਮਾਰਗ 'ਤੇ ਹੀ ਚੱਲਣਾ। ਤਾਂ ਫਿਰ ਉਹ ਜਗਿਆਸੂ ਕਹਿਣ ਲੱਗਾ, ਇਹਨਾਂ ਦੀ ਸ਼ੈਤਾਨੀਆਂ ਦਾ ਜਵਾਬ ਕੌਣ ਦੇਗਾ? ਅਤੇ ਉਸ ਮਹਾਤਮਾ ਨੇ ਉੱਤਰ ਦਿੱਤਾ, ਕਹਿੰਦੇ ਜਿੰਨੇ ਸ਼ੈਤਾਨੀਆਂ ਦੇ ਵਿੱਚ ਲਾਇਆ ਹੋਇਆ ਕਿ ਮਾਇਆ ਦੇ ਬਣੇ ਹੋਏ ਅਗਿਆਨਤਾ ਕਰਕੇ ਬੰਦਗੀ ਦੀ ਕਦਰ ਕਰਨੀ ਤਾਂ ਦੂਰੋਂ ਦੇ ਵਿੱਚ ਵਾਧਾ ਪਾਉਂਦੇ ਹਨ। ਫਿਰ ਇਹਨਾਂ ਦੇ ਅਧਿਆਏ ਨੂੰ ਮਾਲਕ ਖਤਮ ਕਰਕੇ ਸਾਨੂੰ ਬੰਦਗੀ ਲਈ ਥਿਰ ਕਰ ਦੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੋ ਮਨ ਚੇਤਨਾ ਚੇਤੇ ਸਨ। ਔਰ ਸਭ ਤੋਂ ਵੱਡੀ ਗੱਲ, ਮਨੁੱਖ ਨੇ ਜੀਵਨ ਦੀ ਸੱਚਾਈ ਨੂੰ ਹਰਦਮ 'ਤੇ ਵਿਸਾਰਿਆ ਹੋਇਆ। ਬੱਚਾ ਮ੍ਰਿਤੂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਨੌਜਵਾਨ ਦਾ ਜੋਸ਼ ਹੀ ਇੰਨਾ ਜ਼ਿਆਦਾ ਹੈ, ਮ੍ਰਿਤੂ ਉਹਨੂੰ ਲੱਗਦਾ ਹੀ ਨਹੀਂ ਕੋਈ ਚੀਜ਼ ਹੁੰਦੀ ਵੀ ਹੈ। ਗ੍ਰਸਤੀ ਇੰਨਾ ਜ਼ਿਆਦਾ ਉਲਝਿਆ ਹੋਇਆ ਹੈ, ਉਹ ਕਈ ਵਾਰੀ ਇੰਨਾ ਕਹਿੰਦਾ ਕਿ ਹੋਰ ਭਾਵੇਂ ਕੰਮਾਂ ਲਈ ਸਾਰਾ ਸਮਾਂ, ਮਰਨ ਲਈ ਤਾਂ 1 ਮਿੰਟ ਵੀ ਹੈ ਨਹੀਂ ਮੇਰੇ ਕੋਲ, ਮਰਨ ਲਈ ਵੀ। ਅਤੇ ਜਿਹੜਾ ਬੁਢਾਪੇ ਵਿੱਚ ਹੈ ਉਹ ਇਸ ਚਿੰਤਾ ਦੇ ਵਿੱਚ ਹੈ ਕਿ ਜੇ ਮੈਨੂੰ 20-25 ਵਰ੍ਹਿਆਂ ਦੀ ਔਦ ਹੋਰ ਮਿਲ ਜਾਏ। ਹਰ ਦਮ ਜੀਵਨ ਦੀ ਅਸਲੀਅਤ ਵਸਾਰੀ ਹੋਈ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਜਿਹੜਾ ਕਾਲ ਹੈ ਉਹ ਆਪਣੀ ਸਖਤ ਚੋਟ ਦੇ ਨਾਲ ਜੋ ਕੁਝ ਇਹਨੂੰ ਚੇਤੇ ਨਹੀਂ ਹੁੰਦਾ ਉਹ ਸਾਰਾ ਚੇਤੇ ਕਰਵਾ ਦਿੰਦਾ ਹੈ, ਤਾਂ ਕਿ ਮਨੁੱਖ ਨੂੰ ਆਪਣੇ ਜੀਵਨ ਦਾ ਸਤ ਭਾਵ ਦਾ ਗਿਆਨ ਹੋ ਜਾਵੇ। ਬਾਬਾ ਫਰੀਦ ਸਾਹਿਬ ਜੀ ਆਪਣਾ ਜਿਹੜਾ ਉਹਨਾਂ ਦਾ ਸਭ ਤੋਂ ਪ੍ਰਿਯ ਚੇਲਾ ਸੀ ਨਿਜ਼ਾਮੂਦੀਨ ਔਲੀਆ, ਉਹਦੇ ਨਾਲ ਉਹਨਾਂ ਦੀ ਗੱਲਬਾਤ ਦੇ ਕੁਝ ਅੰਸ਼ ਮਿਲਦੇ ਹਨ। ਨਿਜ਼ਾਮੂਦੀਨ ਔਲੀਆ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਵਾਰੀ ਕਿਹਾ ਕਿ ਉਹ ਨਿਜ਼ਾਮੂਦੀਨ ਔਲੀਆ ਦਾ ਪ੍ਰਸ਼ਨ ਸੀ ਕਿ ਸ਼ੇਖ ਸਾਹਿਬ ਜੀ ਜਿਹੜਾ ਅਸੀਂ, ਕਿਉਂਕਿ ਬੰਦਗੀ ਸ਼ਬਦ ਜਿਹੜਾ ਹੈ ਫਾਰਸੀ 'ਚੋਂ ਬਣਦਾ ਹੈ, ਜੇ ਮੂਲ ਪੰਜਾਬੀ 'ਚ ਕਹਿਣਾ ਹੋਵੇ ਤਾਂ ਚੇਤਾ ਸ਼ਬਦ ਬਣਦਾ ਹੈ। ਅਤੇ ਨਿਜ਼ਾਮੂਦੀਨ ਔਲੀਆ ਨੇ ਮੂਲ ਪੰਜਾਬੀ ਦੇ ਵਿੱਚ ਕਿਹਾ ਸੀ ਕਿ ਸ਼ੇਖ ਸਾਹਿਬ ਜਿਹੜਾ ਚੇਤਾ ਕਰਨ ਦਾ ਕਰਮ ਹੈ ਜਾਂ ਚੇਤਾ ਕਰਨ ਦੀ ਜਿਹੜੀ ਕਿਰਿਆ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤਾਂ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਮਤਲਬ ਸਿਮਰਨ ਕਰਨ ਦਾ ਢੰਗ ਕਿਵੇਂ ਦਾ ਹੋਣਾ ਚਾਹੀਦਾ। ਨਿਜ਼ਾਮੂਦੀਨ ਔਲੀਆ ਨੇ ਇੱਕ ਦਫਾ ਬਾਬਾ ਫਰੀਦ ਸਾਹਿਬ ਜੀ ਨੂੰ ਪੁੱਛਿਆ ਅਤੇ ਬਾਬਾ ਫਰੀਦ ਸਾਹਿਬ ਜੀ ਕੁਦਰਤੀ ਜਿਹੜੇ ਸਨ, ਜਿਹੜੇ ਦਰਿਆ ਦੇ ਕੰਢੇ 'ਤੇ, ਨਦੀ ਦੇ ਕੰਢੇ 'ਤੇ ਬੈਠੇ ਹੋਏ ਸਨ ਅਤੇ ਕਹਿਣ ਲੱਗੇ, ਨਿਜ਼ਾਮੂਦੀਨ ਉਹ ਸਮੁੰਦਰ ਦੇ ਵਿੱਚ ਲਹਿਰਾਂ ਦੇਖ, ਲਹਿਰ ਉੱਠਦੀ ਹੈ, ਲਹਿਰ ਭਾਵੇਂ 50 ਫੁੱਟ ਉੱਚੀ ਉੱਠੇ, 100 ਫੁੱਟ ਉੱਚੀ ਉੱਠੇ, ਇਹਨੂੰ ਮੁੜ ਸਾਗਰ ਦੇ ਵਿੱਚ ਲੀਨ ਹੋਣਾ ਹੀ ਪਵੇਗਾ। ਅਤੇ ਜੇ ਲਹਿਰ ਉੱਠਦਿਆਂ ਉੱਠਦਿਆਂ ਇਹ ਗੁਮਾਨ ਕਰ ਲਵੇ ਕਿ ਬਾਕੀ ਸਾਗਰ ਨੀਵਾਂ, ਮੈਂ ਉੱਚੀ ਹਾਂ, ਤਾਂ ਕਹਿਣ ਲੱਗੇ ਕਿ ਫਿਰ ਸਾਗਰ ਇਹਨੂੰ ਜਦੋਂ ਉੱਪਰੋਂ ਇਹਨੂੰ ਕਿਸੇ ਨੇ ਸਹਾਰਾ ਦੇਣਾ ਨਹੀਂ। ਮਤਲਬ ਜੇ ਆਕਾਸ਼ ਵੱਲ 1000 ਫੁੱਟ ਵੀ ਉੱਚੀ ਉੱਠ ਪਵੇ ਅਤੇ ਆਕਾਸ਼ ਨੇ ਇਹਨੂੰ ਥੰਮ ਨਹੀਂ ਲੈਣਾ, ਜਦੋਂ ਇਹ ਡਿੱਗੇਗੀ ਇਹਨੂੰ ਫਿਰ ਸਮੁੰਦਰ ਸੰਭਾਲੇਗਾ। ਇਸ ਕਰਕੇ ਯਾਦ ਸਿਮਰਨ ਕਰਨ ਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਤਾਣ ਮਿਲਦਾ ਹੈ ਰੂਪ ਦਾ, ਪ੍ਰਤਿਭਾ ਦਾ, ਅਕਲ ਦਾ, ਹੋਰ ਕਈ ਸਮਰੱਥਾਵਾਂ ਦਾ, ਅਤੇ ਉਹ ਉਸ ਸਾਰੇ ਸਿਰਜਣਹਾਰ ਤੋਂ ਹੀ ਬਣਿਆ ਹੋਇਆ ਹੈ। ਅਤੇ ਉਹਦੇ ਤਾਣ ਦੇ ਨਾਲ ਵਿਦਵਾਨ ਪੰਡਤ ਬਣ ਜਾਓ, ਦੁਨੀਆ ਦੇ ਬੜੇ ਪ੍ਰਸਿੱਧ ਰਾਜਨੀਤੀਵਾਨ, ਅਮੀਰਵਾਨ ਬਣ ਜਾਓ, ਪਰ ਯਾਦ ਰੱਖਣਾ ਕਿ ਇਹ ਮੂਲ ਉਹਦੇ ਵਿੱਚ ਸਮਾ ਜਾਏਗਾ। ਇਸ ਕਰਕੇ ਕਹਿੰਦੇ ਲਹਿਰ ਦੇ ਵਿੱਚ ਜੀਵਨ ਜਦੋਂ ਉੱਪਰ ਉੱਠਦਾ ਹੈ ਇਹਦਾ ਭਰਮ ਨਹੀਂ ਹੋਣਾ ਚਾਹੀਦਾ, ਅਤੇ ਇਹਦੇ ਵਿੱਚ ਉੱਠਦਿਆਂ ਹੋਇਆਂ ਵੀ ਆਪਣੀ ਸੱਚ ਅਸਲੀਅਤ ਦੇ ਨਾਲ ਜੁੜਨਾ ਚਾਹੀਦਾ ਹੈ ਕਿ ਜੇ ਲਹਿਰ ਗੁਮਾਨ ਵਿੱਚ ਪੈ ਕੇ ਉੱਚਾ ਉੱਠਣ ਲੱਗ ਪਵੇ ਤਾਂ ਮੁੜ ਇਹਨੂੰ ਹੇਠਾਂ ਡਿੱਗਣਾ ਵੀ ਪੈਂਦਾ ਹੈ। ਇਸ ਕਰਕੇ ਬੰਦਾ ਜੇ ਕਾਲ ਗਤੀ ਦੇ ਸਿਲਸਿਲੇ ਨੂੰ ਭੁੱਲ ਕੇ ਉਹ ਪੂਰਾ ਦਾ ਪੂਰਾ ਦੁਨੀਆਦਾਰ ਵੀ ਹੋ ਜਾਵੇ ਅਤੇ ਫਿਰ ਜਿਹੜੀ ਕਾਲ ਦੀ ਮਾਰ ਹੈ ਇਹਦਾ ਦੁਨੀਆਦਾਰੀ ਤੋਂ ਖਹਿੜਾ ਛਡਵਾ ਦਿੰਦੀ ਹੈ। ਸਾਰੀ ਜ਼ਿੰਦਗੀ ਧਨ ਦੀ ਚਿੰਤਾ ਕਰਦਾ ਰਿਹਾ, ਰਾਤ ਦੀ ਨੀਂਦਰ ਨਹੀਂ ਸੌਂਦਾ ਰਿਹਾ। ਹੁਣ ਕਈ ਬਜ਼ੁਰਗ ਜ਼ਿਕਰ ਕਰਨਗੇ ਨੀਂਦਰ ਨਹੀਂ ਆਉਂਦੀ। ਹੁਣ ਮਨੁੱਖ 2 ਕਾਰਨ ਨੇ ਉਹਦੇ ਵਿੱਚ, ਕਈ ਵੀ ਹੋ ਸਕਦੇ ਨੇ, 2 ਗਿਣਤੀ ਕਰ ਲੈਂਦੇ ਆਪਾਂ।
ਇੱਕ ਤਾਂ ਇਹ ਹੈ ਕਿ ਜੀਵਨ ਦੀ ਜਿਹੜੀ ਹੁਣ ਯਾਦਾਸ਼ਤ ਹੈ, ਉਹਨੇ ਆਪਣਾ ਜਿਹੜਾ ਪਰਤਮਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕੁਦਰਤੀ ਹੈ ਤਾਂ ਉਹਦੀ ਚਿੰਤਨ ਕਰਕੇ ਆਪਣੇ ਜੀਵਨ ਦੇ ਪਿਛਲੇ ਸਾਰੇ ਸਿਲਸਿਲੇ ਨੂੰ ਦੇਖਦਾ ਅਤੇ ਪਛੇਮਾਨ ਹੁੰਦਾ। ਦੂਜਾ, ਚੀਜ਼ਾਂ ਦੇ ਨਾਲ ਬਹੁਤ ਗਹਿਰਾ ਜੁੜਿਆ ਹੋਇਆ ਹੈ, ਘਰ ਦੇ ਨਾਲ, ਪਤਨੀ ਦੇ ਨਾਲ, ਔਲਾਦ ਦੇ ਨਾਲ, ਆਪਣੀ ਕਾਇਆ ਦੇ ਨਾਲ। ਅਤੇ ਜਦੋਂ ਜਦੋਂ ਉਹਨਾਂ ਦੇ ਵਿੱਚ ਘਾਟ ਵਾਧ ਦੇਖਦਾ ਹੈ, ਉਵੇਂ ਉਵੇਂ ਪਛੇਮਾਨ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਪਛੇਮਾਨ ਹੁੰਦਾ ਹੈ ਤਾਂ ਕਰਕੇ ਉਹਦੇ ਜੀਵਨ ਦੀ ਬਾਤ ਨਹੀਂ ਬਣਦੀ। ਇਸ ਕਰਕੇ ਬਾਬਾ ਫਰੀਦ, ਜਿਹੜੀ ਕਾਲ ਦੀ ਗਤੀ ਹੈ, ਉਹ ਸਾਨੂੰ ਦੁਨੀਆਦਾਰੀ ਦੀ ਮਾਰ ਤੋਂ ਤੋੜਦੀ ਹੈ ਕਿ ਤੂੰ ਤਾਂ ਚਿੰਤਾ ਤੋਂ ਛੁੱਟ ਨਹੀਂ ਸਕਿਆ ਕਿ ਮੇਰਾ ਧਨ ਕੌਣ ਸੰਭਾਲੇਗਾ। ਤੇਰੀ ਦੇਹ ਨੂੰ ਰਾਖ ਦੇ ਵਿੱਚ ਪਾ ਕੇ ਮਾਲਕ ਨੇ ਤੈਨੂੰ ਦੁਨੀਆਦਾਰੀ ਤੋਂ ਛੁਡਵਾ ਦਿੱਤਾ, ਖੁਦ ਨਹੀਂ ਛੁੱਟ ਸਕਿਆ। ਇਸ ਕਰਕੇ ਸੂਫੀ ਇਹਨਾਂ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ ਹੈ ਕਿ ਮੌਤ ਇਸ ਕਰਕੇ ਨਹੀਂ ਆਉਂਦੀ ਕਿ ਜੀਵਨ ਖਤਮ ਹੋ ਜਾਣਾ ਹੈ। ਮੌਤ ਇਸ ਕਰਕੇ ਆਉਂਦੀ ਹੈ ਕਿ ਦੁਨੀਆਦਾਰ ਲੋਕ ਦੁਨੀਆ ਦੇ ਕਿਸੇ ਪੱਖ ਨਾਲੋਂ ਆਪਣਾ ਆਪ ਜਿਉਂਦੇ ਜੀ ਤੋੜ ਨਹੀਂ ਸਕਦੇ। ਫਿਰ ਕਾਲ ਦੀ ਸਖਤ ਮਾਰ ਇਹਨਾਂ ਦੀ ਹਰੇਕ ਚੀਜ਼ ਨੂੰ ਤੋੜਦੀ ਹੈ, ਸੰਬੰਧਾਂ ਨੂੰ ਤੋੜਦੀ ਹੈ, ਪਦਾਰਥਾਂ ਦੇ ਨਾਲ ਪਏ ਹੋਏ ਆਕਰਸ਼ਣ ਨੂੰ ਤੋੜਦੀ ਹੈ, ਕਾਇਆ ਦੀ ਬਣੀ ਹੋਈ ਹੰਗਤਾ ਨੂੰ ਤੋੜਦੀ ਹੈ। ਇਸ ਕਰਕੇ ਮ੍ਰਿਤੂ ਆਉਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਮਨ ਚੇਤਨਾ ਚੇਤੇ ਸਨ ਨਿਜ਼ਾਮੂਦੀਨ ਔਲੀਆ। ਚੇਤਾ ਕਰਨ ਦਾ ਭਾਵ ਇਹ ਹੈ ਕਿ ਜੀਵਨ ਨਿਰੰਕਾਰ ਤੋਂ ਉਪਜਿਆ ਹੈ, ਅਤੇ ਇਹ ਜੇ ਨਿਰੰਕਾਰ ਦੇ ਵਿੱਚ ਓਨੇ ਹੀ ਸਹਿਜ ਦੇ ਨਾਲ ਸਮਾ ਜਾਵੇ ਤਾਂ ਠੀਕ ਹੈ। ਅਤੇ ਚੇਤਾ ਕਰਨ ਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਕਦੇ ਗੁਮਾਨੀਅਤ ਨੇੜੇ ਨਹੀਂ ਆਉਣ ਦੇਣੀ ਚਾਹੀਦੀ। ਇੰਨੇ ਜ਼ਿਆਦਾ ਨਿਮਰ ਰਹਿਣਾ ਚਾਹੀਦਾ ਹੈ ਕਿ ਹਰੇਕ ਤਾਣ ਨੂੰ ਪ੍ਰਭੂ ਦੀ ਸਿਫਤ ਸਲਾਹ ਦੇ ਕਰਮ ਵੱਲ ਲਗਾ ਕੇ ਸਫਲ ਕਰਨਾ ਚਾਹੀਦਾ ਹੈ, ਅਤੇ ਸਦੀਵ ਯਾਦ ਰੱਖਣਾ ਚਾਹੀਦਾ ਹੈ। ਲਹਿਰ ਉੱਚੀ ਜਿੰਨੀ ਮਰਜ਼ੀ ਜਾਵੇ, ਜੀਵਨ ਦੇ ਵਿੱਚ ਕਲੋਲਾਂ ਛਲ ਕਪਟ ਜਿੰਨਾ ਮਰਜ਼ੀ ਵਧਾ ਲਓ, ਪਰ ਇੱਕ ਗੱਲ ਯਾਦ ਰੱਖਣ ਕਿ ਇਹਦੀ ਸਮਾਪਤੀ ਦਾ ਵੀ ਕੋਈ ਪੱਖ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੁਨੀਆਦਾਰ ਬੰਦਿਆਂ ਦੇ ਮਨ 'ਚ ਇਹ ਗੱਲ ਹੀ ਨਹੀਂ ਸੀ ਕਿ ਇਹ ਵੀ ਕੁਝ ਹੋ ਸਕਦਾ। ਇਸ ਕਰਕੇ ਆਖਦੇ ਹਨ, ਸੋ ਗਾਲੀ ਰੱਬ ਕੀਆਂ। ਭਾਵ ਕਿ ਪਹਿਲਾਂ ਜਨਮ ਦਿੱਤਾ, ਧਰਮ ਗ੍ਰੰਥਾਂ ਦੇ ਉਪਦੇਸ਼ਾਂ ਦੁਆਰਾ ਜਨਮ ਮਨੋਰਥ ਦੀ ਸੋਝੀ ਕਰਵਾਈ, ਤਾਂ ਵੀ ਗ੍ਰਹਿਣ ਨਹੀਂ ਕੀਤੀ। ਫਿਰ ਕਾਲ ਦੀ ਸਖਤ ਮਾਰ ਨਾਲ ਮਾਲਕ ਨੇ ਆਪਣਾ ਹੁਕਮ ਵਰਤਾ ਕੇ ਦੱਸਿਆ ਕਿ ਜੀਵਨ ਦਾ ਪੱਖ ਕੁਝ ਹੋਰ ਸੀ, ਤੂੰ ਨਹੀਂ ਕਰ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਸੋ ਗਾਲੀ ਰੱਬ ਕੀਆਂ। ਹੁਣ ਇਹਦੇ ਸੰਬੰਧ ਵਿੱਚ ਇੱਕ ਨੁਕਤਾ ਹੋਰ ਅਰਜ਼ ਕਰਦੇ ਹਾਂ। ਅਸੀਂ ਕਾਲ ਗਤੀ ਦੇ ਸੰਬੰਧ ਦੇ ਵਿੱਚ ਵੀ ਨਾ ਕਈ ਕਲਪਨਾਵਾਂ ਬਣਾਈਆਂ ਹੋਈਆਂ ਨੇ। ਹਰੇਕ ਬੰਦੇ ਨੇ ਬਣਾਈ ਹੋਈ ਹੈ, ਇਕੱਲੀ ਮੇਰੇ ਦੀ ਬਾਤ ਨਹੀਂ ਹੈ। ਹਰੇਕ ਬੰਦੇ ਨੇ ਜੀਵਨ ਦੀਆਂ ਪੜਾਅ ਦਰ ਪੜਾਅ ਨਾ ਕਲਪਨਾਵਾਂ ਬਣਾਈਆਂ ਹੋਈਆਂ। ਕਿਸੇ ਘਰ ਬੱਚਾ ਪੈਦਾ ਹੋਵੇ, ਉਹਦੇ ਤੁਰਨ ਦੀ ਉਮੀਦ ਕਰਦੇ ਨੇ ਕਿ ਸਾਲ 2 ਸਾਲ ਦੇ ਵਿੱਚ ਦੰਦ ਨਿਕਲ ਆਉਣ, ਤੁਰਨ ਲੱਗ ਪਵੇ, ਥੋੜ੍ਹੀਆਂ ਸ਼ਰਾਰਤਾਂ ਕਰਨ ਲੱਗ ਪਵੇ, ਸਾਡਾ ਜੀਅ ਲੱਗ ਜਾਵੇ। ਉਸ ਤੋਂ ਬਾਅਦ ਸਕੂਲ ਜਾਣ ਦੀ ਆਸ ਕਰਦੇ ਨੇ, ਫਿਰ ਉਹਦੇ ਨੌਜਵਾਨ ਹੋਣ ਦੀ, ਸਰੀਰ ਦਾ ਵਿਕਾਸ ਹੋਣ ਦੀ ਆਸ ਕਰਦੇ ਨੇ, ਫਿਰ ਉਹਦੇ ਅੱਗੇ ਜਾ ਕੇ ਆਨੰਦ ਕਾਰਜ, ਅੱਗੇ ਗ੍ਰਸਤ, ਅੱਗੇ ਬੁਢਾਪਾ। ਹਰ ਇੱਕ ਕਲਪਨਾ ਦੇ ਨਾਲ ਜੋੜੀ ਹੋਈ ਹੈ। ਉਹਦੇ ਵਿੱਚ ਇਹ ਗੱਲ ਅਖਿਆਲ ਵਿਸਾਰ ਹੀ ਦਿੰਦੇ ਹਨ ਕਿ ਇਹ ਕਾਲ ਦੀ ਮਾਰ ਦਾ ਪੁਤਲਾ ਹੈ, ਅਤੇ ਕਾਲ ਦੀ ਮਾਰ ਕਦੋਂ ਇਸ ਪੁਤਲੇ ਨੂੰ ਤੋੜ ਦੇਵੇ, ਇਹਦੇ ਉੱਪਰ ਸਾਡਾ ਕੋਈ ਵੱਸ ਨਹੀਂ ਚੱਲੇਗਾ। ਬਾਣੀ 'ਚ ਵਾਕ ਨੇ, ਭਰ ਜੋਬਨ ਮਰ ਜਾਹੇ ਕੇ ਕੀਜੈ, ਮੇਰਾ ਮੇਰਾ ਕਰ ਰੋ ਵੀਜੈ, ਮਾਇਆ ਕਾਰਨ ਰੋਏ ਵਿਗੂਚੇ, ਤ੍ਰਿਗ ਜੀਵਨ ਸੰਸਾਰਾ ਹੈ। ਇੱਕ ਪਾਸੇ ਸੱਚ ਅਸਲੀਅਤ ਨੂੰ ਜਾਣਦੇ ਹਾਂ, ਤਾਂ ਵੀ ਜਿਹੜਾ ਹੈ ਭਵਿੱਖ ਦੇ ਵਾਕ ਬੰਦਾਉਂਦੇ ਆ। ਕਈ ਵਾਰੀ ਦੇਖੀਦਾ ਬੜੇ ਐਸੇ ਸ਼ਖਸ ਮਿਲਦੇ ਨੇ, ਵਰਤਮਾਨ ਦੀ ਇੱਕ ਗੱਲ ਨਹੀਂ ਉਹਨਾਂ ਦੇ ਕੋਲ। ਮਤਲਬ ਅੱਜ 21 ਤਰੀਕ ਹੈ, 21 ਤਰੀਕ 'ਚ ਕੀ ਚੰਗਾ ਕਰਨਾ, ਮਾੜੇ ਤੋਂ ਕਿਵੇਂ ਬਚਣਾ, ਇਹਦਾ ਕੁਝ ਨਹੀਂ ਪਤਾ। 22 ਤੋਂ ਲੈ ਕੇ 30 ਤੱਕ ਦੀ ਚਿੰਤਾ ਹੈ, ਭਵਿੱਖ ਦੇ ਵਿੱਚ ਨੇ ਹਰ ਵੇਲੇ। ਜੇ ਭਵਿੱਖ ਵਿੱਚੋਂ ਮਾੜਾ ਮੋੜਾ ਠਹਿਰਾਓ ਚਾਹੁੰਦੇ ਨੇ, ਬੀਤੇ 'ਚ ਚਲੇ ਜਾਂਦੇ ਨੇ। ਪਿਛਲੇ ਸਾਲ ਕੀ ਹੋਇਆ, ਪਿਛਲੇ ਮਹੀਨੇ ਕੀ ਹੋਇਆ, ਪਿਛਲੀ ਵਾਰੀ ਜਿਹਨੂੰ ਮਿਲੇ ਉਦੋਂ ਕੀ ਹੋਇਆ। ਹਰ ਵਕਤ ਕਦੇ ਅਤੀਤ 'ਚ, ਕਦੇ ਭਵਿੱਖ 'ਚ, ਵਰਤਮਾਨ 'ਚ ਕਦੇ ਨਹੀਂ ਥਿਰ ਹੋਣਾ। ਅਤੇ ਜਿਹੜਾ ਬੰਦਾ ਵਰਤਮਾਨ 'ਚ ਥਿਰ ਹੁੰਦਾ ਹੈ, ਉਹੀ ਬੰਦਗੀ ਕਰਮ ਨੂੰ ਠੀਕ ਢੰਗ ਨਾਲ ਕਰ ਸਕਦਾ ਹੈ। ਕੱਲ੍ਹ ਮਨ ਦੀ ਕੀ ਹਾਲਤ ਹੋਵੇ, ਜਾਂ ਕੁਦਰਤੀ ਸੋਚਿਆ ਕਿ ਨਹੀਂ ਕੱਲ੍ਹ ਮੇਰਾ ਮਨ ਸ਼ਾਇਦ ਗੁਰੂ ਘਰ ਜਾਣ ਲਈ ਤਿਆਰ ਹੋਵੇਗਾ, ਇਸ ਗੱਲ ਦਾ ਕੀ ਸਾਡੇ ਕੋਲੋਂ ਪ੍ਰਮਾਣਿਕ ਸਬੂਤ ਹੈ। ਅੱਜ ਹੈ, ਅੱਜ ਠੀਕ ਹੈ। ਜੇ ਇਹਦੀ ਪੂਰੀ ਹਾਲਤ ਨਹੀਂ ਵੀ ਇਹਦੀ ਜੁੜਨ ਵਾਲੀ ਹੈਗੀ, ਲੈ ਜਾਓ, ਹੋ ਸਕਦਾ ਯਤਨ ਦੇ ਨਾਲ ਜੁੜ ਜਾਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੁਨੀਆਦਾਰ ਜਿਹੜੇ ਹਨ,
ਇਹ ਹਰ ਵੇਲੇ ਅਸਲੀਅਤ ਨੂੰ ਪਰਾਂ ਰੱਖ ਕੇ ਚੱਲਦੇ ਹਨ। ਇਹ ਕਦੇ ਵੀ ਨਹੀਂ ਇਸ ਤਰ੍ਹਾਂ ਚੱਲਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸੋ ਗੱਲ ਹੀ ਰੱਬ ਕੀਆਂ। ਫਿਰ ਮਾਲਕ ਆਪਣੀ ਯਾਦ ਮ੍ਰਿਤੂ ਨੇਮ ਦੁਆਰਾ ਬੰਦੇ ਨੂੰ ਯਾਦ ਕਰਵਾਉਂਦਾ ਹੈ। ਸਾਡੇ ਤ੍ਰੈ ਮਣ ਦੇਹੁਰੀ ਚੱਲੈ ਪਾਣੀ ਅੰਨ। ਹੁਣ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ ਕਿ ਸਾਡੇ 3 ਮਣ ਕੱਚੇ ਦੀ ਬੰਦੇ ਦੀ ਦੇਹ ਹੈ, ਚੱਲਦੀ ਇਹ ਅੰਨ ਪਾਣੀ ਦੇ ਆਸਰੇ ਹੈ। ਭਾਵ ਕਿ ਸਰੀਰ ਦੀਆਂ ਕਿਰਿਆਵਾਂ ਦੇ ਲਈ ਭੋਜਨ ਦੇ ਰੂਪ ਵਿੱਚ, ਪਾਣੀ ਦੇ ਰੂਪ ਵਿੱਚ ਊਰਜਾ ਦੀ ਲੋੜ ਰਹਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ 3.5 ਮਣ ਕੱਚੇ ਦੀ ਕਹਿ ਲਓ ਕਿ 16 ਅੱਧਾ ਮਣ ਕੱਚਾ ਮਣ 16 ਕਿਲੋ ਦਾ ਹੁੰਦਾ ਹੈ, ਅਤੇ ਪੱਕਾ 1.5 ਮਣ ਲਗਾ ਲਓ। ਇਹਦਾ ਇੱਕ ਭਾਵ ਇਹ ਵੀ ਮੰਨਿਆ ਜਾਂਦਾ ਕਿ 3.5 ਹੱਥ ਦੀ ਦੇਹ, ਭਾਵ ਕਿ ਸਾਡੀ ਜਿਹੜੀ ਬਾਂਹ ਦਾ ਕੂਹਣੀ ਤੋਂ ਲੈ ਕੇ ਇੰਨਾ ਹਿੱਸਾ 3.5 ਬਾਹਾਂ ਮਿਲਣੀਆਂ ਜਾਣ, ਇੰਨਾ ਕੀ ਬੰਦੇ ਦੀ ਦੇਹ ਹੁੰਦੀ ਹੈ, ਇਹਦੇ ਨੇੜੇ ਤੇੜੇ, ਇਸ ਤੋਂ ਵੱਧ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ 3.5 ਮਣ ਦੀ ਦੇਹ ਹੈ ਬੰਦੇ ਦੀ, ਅੰਨ ਪਾਣੀ ਦੇ ਆਸਰੇ ਚੱਲਦੀ ਹੈ। ਇਸ ਦੇਹ ਨੂੰ ਚਲਾਉਣ ਦਾ ਸਿਲਸਿਲਾ ਲੈ ਕੇ ਬੰਦਾ ਇਸ ਜਗਤ ਵਿੱਚ ਆਇਆ ਹੈ, ਅਤੇ ਸਮੱਸਿਆ ਕੀ ਬਣ ਗਈ ਹੈ? ਵੱਤ ਆ ਸੂਣੀ ਬੰਨ, ਜਿੱਦਣ ਤੋਂ ਹੀ ਜੰਮਿਆ ਉਦਣ ਤੋਂ ਹੀ ਆਸਾ ਬੰਨੀ ਹੋਈ ਹੈ। ਜਿਵੇਂ ਪਿੱਛੇ ਜ਼ਿਕਰ ਕੀਤਾ ਹੈ, ਬਚਪਨ ਤੋਂ ਆਸਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਦੁਨੀਆ ਵਿੱਚ ਆਇਆ ਅਤੇ ਇੱਥੇ ਆ ਕੇ ਬੱਝ ਗਿਆ। ਕਾਹਦੇ ਨਾਲ? ਵੱਤ ਆ ਸੂਣੀ, ਕਿ ਉਲਟੀ ਜਿਹੜੀ ਰੀਤ ਹੈ ਆਸਾਂ ਦੀ, ਪਲ ਪਲ 'ਤੇ ਆਸ ਸਿਰਜਿਤ ਕਰਨੀ, ਕਹਿੰਦੇ ਉਹਦੇ ਨਾਲ ਬੱਝ ਗਿਆ ਹੈ। ਅਤੇ ਇੰਨਾ ਜ਼ਿਆਦਾ ਆਸਾਂ ਦੇ ਵਿੱਚ ਬੱਝ ਜਾਂਦਾ ਹੈ ਕਿ ਮੁੜ ਕੇ ਇਹਨੂੰ ਜੀਵਨ ਕਿਸੇ ਹੋਰ ਪੱਖ ਦੇ ਵਿੱਚ ਮਿਲਦਾ ਹੀ ਨਹੀਂ ਛਟਕਾਉਣ ਦੇ ਲਈ। ਤਾਂ ਫਿਰ ਕੀ ਹੁੰਦਾ ਹੈ? ਇਸਲਾਮ ਦੇ ਵਿੱਚ ਮੌਤ ਦੇ ਫਰਿਸ਼ਤੇ ਨੂੰ ਮਲਕ ਉਲ ਮੌਤ ਆਖਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਮੌਤ ਦਾ ਫਿਰ ਫਰਿਸ਼ਤਾ ਜਦ ਆਉਂਦਾ ਹੈ, ਸਾਰੇ ਦਰਵਾਜ਼ੇ ਭੰਨ ਕੇ ਜਿਹੜਾ ਜਿੰਦ ਰੂਪ ਪ੍ਰਾਣੀ ਹੈ, ਪੰਖੀ ਹੈ, ਉਹਨੂੰ ਕੱਢ ਕੇ ਲੈ ਜਾਂਦਾ ਹੈ। ਅਤੇ ਜਿਨ੍ਹਾਂ ਦੀਆਂ ਆਸਾਂ ਕਰਕੇ ਸਾਰੀ ਜ਼ਿੰਦਗੀ ਕਰਮ ਕਰਦਾ ਰਿਹਾ, ਤਿੰਨਾਂ ਪਿਆਰਿਆਂ ਭਾਈਆਂ, ਉਹੀ ਸੰਬੰਧੀ ਰਿਸ਼ਤੇਦਾਰਾਂ ਨੇ ਫਿਰ ਕੋਈ ਬਾਤ ਨਹੀਂ, ਕੋਈ ਪੱਖ ਨਹੀਂ ਵਿਚਾਰਿਆ, ਇਹਦਾ ਬੰਨ੍ਹ ਕੇ ਅੱਗੇ ਰੱਖ ਦਿੰਦੇ ਹਨ। ਅਤੇ ਫਿਰ ਥੋੜ੍ਹੇ ਸਮੇਂ ਬਾਅਦ ਰੁਦਨ ਕਰਨ ਤੋਂ ਬਾਅਦ ਮੋਢਿਆਂ 'ਤੇ ਉਠਾ ਕੇ ਚੱਲ ਪੈਂਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਵੇਖੋ ਬੰਦਾ ਚੱਲਿਆ 4 ਜਣਿਆਂ ਦਾ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਜਿਹੜੇ ਕਰਮ ਦੁਨੀ ਵਿੱਚ ਕੀਤੇ ਉਹੀ ਅੱਗੇ ਕੰਮ ਆਉਣਗੇ। ਹੁਣ ਇਸ ਸ਼ਲੋਕ ਨੂੰ ਵੀ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ, ਕਿਉਂਕਿ ਪੂਰਾ ਜੀਵਨ ਹੈ। ਬਹੁਤ ਵਾਰੀ ਵਿਚਾਰ ਦੇ ਵਿੱਚ ਇਹ ਸਿਲਸਿਲਾ ਅੰਕਿਤ ਕੀਤਾ ਹੈ ਕਿ ਸਤਿਗੁਰੂ ਸਾਹਿਬਾਨ ਜੀ ਨੇ ਪਾਵਨ ਬਾਣੀ ਦੀ ਰਚਨਾ ਇਸ ਢੰਗ ਦੇ ਨਾਲ ਕੀਤੀ ਹੈ। ਕਿਤੋਂ ਵੀ ਬਾਣੀ ਆਪ ਜੀ ਪੜ੍ਹੋ, 1 ਅੰਗ ਤੋਂ ਪੜ੍ਹੋ, 50 ਅੰਗ ਤੋਂ ਪੜ੍ਹੋ, ਕਿਤੋਂ ਵੀ ਪੜ੍ਹੋ। ਅਗਰ ਕਿਤੇ ਜਿਵੇਂ ਕਈ ਵਾਰੀ ਸਾਡੀ ਨਜ਼ਰ ਪੈ ਜਾਂਦੀ ਨਾ ਕਿਸੇ ਚੀਜ਼ 'ਤੇ, ਅਸੀਂ ਪੂਰੀ ਨਹੀਂ ਵੀ ਦੇਖ ਸਕਦੇ, ਤਾਂ ਉਹਦਾ ਕੋਈ ਇੱਕ ਪੱਖ ਨਜ਼ਰ ਆ ਜਾਂਦਾ ਕਈ ਵਾਰੀ। ਜਿਵੇਂ ਕਈ ਵਾਰੀ ਬੰਦੇ ਨੂੰ ਦੇਖੀਏ, ਉਹਨੂੰ ਸਾਨੂੰ ਉਹਦੇ ਵੇਸ ਬਾਰੇ, ਉਹਦੀ ਜੁੱਤੀ ਬਾਰੇ, ਉਹਦੀ ਪੱਗ ਬਾਰੇ ਨਾ ਵੀ ਪਤਾ ਲੱਗੇ, ਕੱਲੀ ਪੱਗ ਵੀ ਦਿਖ ਪਾਵੇ, ਕਈ ਵਾਰੀ ਇਸ ਤਰ੍ਹਾਂ ਦੀ ਨਜ਼ਰ ਪੈਂਦੀ ਹੈ। ਅਤੇ ਬਾਣੀ ਦਾ ਪ੍ਰਵਾਹ ਇਤਨਾ ਜ਼ਿਆਦਾ ਪ੍ਰਵੀਨਤਾ ਦੇ ਨਾਲ ਅੰਕਿਤ ਕੀਤਾ, ਜੇ ਕਿਤੇ ਇੱਕ ਸ਼ਲੋਕ 'ਤੇ ਸਾਡੀ ਨਜ਼ਰ ਪੈ ਜਾਏ, ਇੱਕ ਪੰਗਤੀ 'ਤੇ ਵੀ ਪੈ ਜਾਏ, ਉਹ ਵੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, 3.5 ਮਣ ਦੇਹੁਰੀ। ਹੁਣ ਸਾਡੀ ਜਦੋਂ ਦੇਹ ਪੈਦਾ ਹੁੰਦੀ ਹੈ, ਉਹ ਤਾਂ ਬੜੀ ਛੋਟੀ ਜਿਹੀ ਪੈਦਾ ਹੁੰਦੀ ਹੈ, 3, 4, 5 ਕਿਲੋ ਤੱਕ ਹੁੰਦੀ ਹੋਏਗੀ ਹੱਦ, 1 ਫੁੱਟ ਦੇ ਕਰੀਬ ਕੱਦ ਹੁੰਦਾ ਹੈ। ਪਰ ਉਸ ਦੇਹ ਨੂੰ 6 ਫੁੱਟ ਤੋਂ ਲੈ ਕੇ 7 ਫੁੱਟ ਤੱਕ ਜਾਣਾ ਹੈ ਉਹਨੇ, 3 ਕਿਲੋ ਤੋਂ ਲੈ ਕੇ 100 ਕਿਲੋ ਤੱਕ ਦੀ ਉਸਨੇ ਹੋਣਾ ਹੈ। ਤਾਂ ਕਲਪਨਾ ਕਰੋ ਕਿ ਕਿੰਨਾ ਸ੍ਰਿਸ਼ਟੀ ਦਾ ਅਨਾਜ ਅਤੇ ਪਾਣੀ ਇਸ ਦੇਹ ਨੂੰ ਸੰਜੋਣ ਦੇ ਲਈ ਲੱਗਦਾ ਹੈ। ਪਹਿਲੀ ਗੱਲ ਹੈ ਕਿ ਜਿਹੜਾ ਜੀਵਨ ਦਾ ਸਿਲਸਿਲਾ ਵਾਚੋ, ਕਿ ਪਹਿਲਾਂ ਪ੍ਰਾਣਾਂ ਦੀ ਆਜੂ ਮਿਲੀ, ਜਿਹਦੇ ਕਰਕੇ ਜੀਵਨ ਚੱਲਦਾ। ਕਿੰਨੇ ਪ੍ਰਾਣ ਮਿਲੇ ਨੇ, ਅਤੇ ਬੰਦਾ ਕਹਿਣ ਦੇ ਜੋ ਯੋਗ ਹੁੰਦਾ ਕਿ ਅੱਜ ਮੈਂ 60 ਸਾਲਾਂ ਦਾ ਹੋ ਗਿਆ। ਕਿੰਨੇ ਪ੍ਰਾਣ ਮਿਲੇ ਹੋਣਗੇ ਹੁਣ ਤੱਕ, ਅਤੇ ਉਹ ਪ੍ਰਾਣਾ ਜਿਹੜੇ ਆ ਆਕਸੀਜਨ ਦੇ ਰੂਪ 'ਚ ਬਣੇ ਨੇ, ਕਿੰਨੇ ਰੁੱਖਾਂ ਤੋਂ ਪੈਦਾ ਹੋਈ ਹੋਵੇਗੀ। ਅਤੇ ਫਿਰ ਬੰਦੇ ਦੇ ਜੀਵਨ ਦੇ ਪ੍ਰਾਣਾਂ ਦੀ ਅਮੋਲਕ ਜਿਹੜੀ ਕਿਰਿਆ ਉਹ ਚੱਲੀ। ਉਸ ਤੋਂ ਬਾਅਦ ਜੀਵਨ ਪੈਦਾ ਹੋਇਆ ਛੋਟਾ ਜਿਹਾ, 1 ਫੁੱਟ ਦੇ ਕੱਦ ਨੂੰ 6-7 ਫੁੱਟ ਤੱਕ ਤਬਦੀਲ ਹੋਣਾ ਹੈ। ਜਿਹੜਾ 4-5 ਕਿਲੋ ਭਾਰ ਨੇ 60-70 ਕਿਲੋ ਤੱਕ ਤਬਦੀਲ ਹੋਣਾ ਹੈ। ਉਹਦੇ ਲਈ ਅਨਾਜ ਦਾ, ਪਾਣੀ ਦਾ ਕਿੰਨਾ ਹਿੱਸਾ ਲੱਗਦਾ ਹੈ,
ਇਸ ਦੀ ਵੀ ਕਲਪਨਾ ਕਰਕੇ ਦੇਖੋ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਜੀਵਨ ਜੇ ਇਕੱਲਾ ਇਹ ਵੀ ਗਿਣਤੀ ਕਰ ਲਈਏ ਨਾ ਕਿ ਇਹਨੂੰ ਪਾਲਣਾ ਹੀ ਕਿੰਨਾ ਔਖਾ ਹੈ ਦੇਹ ਨੂੰ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਵੀ ਬੜੀ ਗਹਿਰੀ ਗੱਲ ਹੈ। ਕਿੰਨੇ ਭੋਜਨ ਦੇ ਕਣ ਜੁਣ ਕੇ ਇੱਕ ਪ੍ਰਸ਼ਾਦਾ ਬਣਦਾ ਹੈ, ਅਤੇ ਕਿੰਨੇ ਵਰ੍ਹੇ ਹੋ ਗਏ ਪ੍ਰਸ਼ਾਦਾ ਛਕਦਿਆਂ ਨੂੰ, ਅਤੇ ਕਿੰਨਾ ਜਲ ਦਾ ਅਮੋਲਕ ਸਰੋਤ ਗ੍ਰਹਿਣ ਕਰ ਕਰਕੇ ਇਸ ਦੇਹ ਦੀਆਂ ਸਾਰੀਆਂ ਜਲ ਆਧਾਰਿਤ ਕਿਰਿਆਵਾਂ ਨੂੰ ਪੂਰਾ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਚੱਲਦਾ ਸਿਲਸਿਲਾ। ਕੇਵਲ ਇੱਕ ਦੇਹ ਦਾ ਜੀਵਨ ਪੂਰਾ ਕਰਨ ਦੇ ਲਈ ਮਾਲਕ ਨੂੰ ਇੰਨਾ ਜ਼ਿਆਦਾ ਚਲਾਉਣਾ ਪੈਂਦਾ ਹੈ। ਸਾਡੀਆਂ ਭੋਜਨ ਕਿਰਿਆਵਾਂ ਦੇ ਵਿੱਚ ਕਿੰਨਾ ਕੁਝ ਸ਼ਾਮਿਲ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚੱਲੈ ਪਾਣੀ ਅੰਨ, ਕਹਿੰਦੇ ਇਹ ਜੀਵਨ ਦਾ ਆਮ ਸਿਲਸਿਲਾ ਹੈ। ਪਰ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਕਿਉਂਕਿ ਹੁਣ ਇਸਲਾਮੀ ਖਿਆਲ ਹੈ, ਇਸਲਾਮ ਵਾਲੇ ਪੁਨਰ ਜਨਮ ਨਹੀਂ ਮੰਨਦੇ। ਜੇ ਸੂਫੀਆਂ ਨੇ ਕਿਤੇ ਕਿਤੇ ਮਾੜਾ ਮੋਟਾ ਮੰਨਿਆ ਹੋਇਆ, ਜੇ ਅਸੀਂ ਕੇਵਲ ਇਸਲਾਮੀ ਸਿਧਾਂਤਕ ਖਿਆਲ ਦੇ ਮੁਤਾਬਕ ਵਾਚੀਏ ਤਾਂ ਕਹਿੰਦੇ ਦੁਨੀਆ ਵਿੱਚ ਆਇਆ ਤਾਂ ਬੰਦਗੀ ਦੇ ਹਿੱਤ ਸੀ ਜਾਂ ਆਪਣੇ ਜੀਵਨ ਦੀ ਸਵਾਰਨ ਹਿੱਤ ਸੀ, ਪਰ ਇੱਥੇ ਆ ਕੇ ਵੱਤ ਆਸੂਣੀ ਬੰਨ, ਇਹੋ ਜਿਹੀ ਆਸੂਣ ਆਸਾਂ ਦੀ ਚੇਨ ਦੇ ਨਾਲ ਵੱਜ ਜਾਂਦਾ ਹੈ ਕਿ ਫਿਰ ਉਹ ਆਸਾਂ ਦੀ ਕੜੀ ਮੁੱਕਣ ਵਿੱਚ ਨਹੀਂ ਆਉਂਦੀ। ਇਸ ਕਰਕੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਪਹਿਲੇ ਪਿਆਰ ਲਗਾ ਥਣ ਦੁੱਧ। ਭੁੱਖ ਲੱਗੀ, ਭੁੱਖ ਦੀ ਪੂਰਤੀ ਹੋਈ ਦੁੱਧ ਤੋਂ, ਮਨ ਦੇ ਵਿੱਚ ਦੁੱਧ ਦੀ ਆਸ ਪੈਦਾ ਹੋ ਗਈ। ਜਦੋਂ ਦੁੱਧ ਦੀ ਭੁੱਖ ਪੈਦਾ ਹੁੰਦੀ ਹੈ, ਪਿਆਸ ਪੈਦਾ ਹੁੰਦੀ ਹੈ, ਉਹਨੂੰ ਨਹੀਂ ਪਤਾ ਇਹ ਮਾਂ ਹੈ ਜਾਂ ਕੌਣ ਹੈ, ਉਹਨੂੰ ਪਤਾ ਬਸ ਇਹਦੇ ਕੋਲੋਂ ਪ੍ਰਾਪਤੀ ਹੋ ਸਕਦੀ ਹੈ ਦੁੱਧ ਦੀ। ਉਹਦੀ ਆਸ ਨਾਲ ਜੁੜਿਆ, ਖਿਡੌਣਿਆਂ ਨਾਲ ਖੇਡਣ ਦਾ ਬੋਧ ਹੋਇਆ, ਉਹਨਾਂ ਨਾਲ ਜੁੜਿਆ। ਜੇ ਉਹ ਖੋਹ ਲਿਆ ਜਾਵੇ ਰੋਂਦਾ ਹੈ। ਸਾਰੇ ਜੀਵਨ ਦੇ ਵਿੱਚ ਇੰਨੇ ਜ਼ਿਆਦਾ ਰੋਣੇ ਚੱਲਦੇ ਹਨ ਕਿ ਅੰਤਿਮ ਸਮੇਂ ਤੱਕ ਵੀ ਇਹਦੀ ਰੋਣ ਦੀ ਹਾਲਤ ਬਣੀ ਰਹਿੰਦੀ ਹੈ, ਕਿਉਂਕਿ ਪਰਿਵਾਰ ਦੀ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਤੂੰ ਬਹੁਤਾ ਜ਼ਿਆਦਾ ਸਾਡੇ ਕੰਮ ਆ ਨਹੀਂ ਸਕਿਆ। ਅਤੇ ਆਪਣੀ ਇਸ ਗੱਲ ਨੂੰ ਪੂਰਾ ਕਰਨ ਦੇ ਲਈ ਕਿ ਮੈਂ ਦੁਨੀਆ ਦੇ ਸਾਰੇ ਕੰਮ ਆ ਸਕਾਂ, ਸਾਰੇ ਮੈਨੂੰ ਚੰਗਾ ਰਹਿਣ, ਜਿਵੇਂ ਜਿਵੇਂ ਦੀ ਇਸ ਤੋਂ ਕਿਸੇ ਨੇ ਆਸ ਲਗਾਈ ਪੂਰੀ ਕਰਦਾ ਰਿਹਾ, ਖੁਦ ਵੀ ਆਪਣੀਆਂ ਕਈ ਆਸਾਂ ਵਿੱਚ ਜਿਉਂਦਾ ਰਿਹਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਨਾਂ ਆਸਾਂ ਨੇ ਇੰਨਾ ਜ਼ਿਆਦਾ ਗਹਿਰਾ ਬੰਨਿਆ ਕਿ ਫਿਰ ਸਾਰਾ ਹੀ ਕਰਮ ਇਹਦੇ ਵਿੱਚ ਭੁਗਤਦਾ ਹੈ। ਇਸ ਕਰਕੇ ਦੁਨੀਆ ਦੇ ਵਿੱਚ ਆਪ ਜੀ ਨੂੰ ਕਈ ਬੰਦੇ ਐਸੇ ਮਿਲਣਗੇ, ਉਹ ਬੜਾ ਨਾ ਟੀਚੇ 'ਤੇ ਬੜਾ ਜ਼ੋਰ ਦੇਣਗੇ ਜੀ, ਜਿਹਦਾ ਟੀਚਾ ਨਹੀਂ ਉਹ ਤਾਂ ਬੰਦਾ ਐਵੇਂ ਹੁੰਦਾ ਧਰਤੀ 'ਤੇ। ਪਰ ਟੀਚੇ ਦਾ ਬਦਲਵਾਂ ਰੂਪ ਆਸਾ ਹੀ ਹੁੰਦਾ ਹੈ। ਹੁਣ ਸਾਨੂੰ ਸਾਡਾ ਅਗਲੇ ਜੀਵਨ 'ਚ ਕੀ ਕੁਝ ਵਾਪਰਨਾ ਹੈ, ਜਾਂ ਤਾਂ ਅਸੀਂ ਤੱਤ ਵੇਤੇ ਹੋਈਏ, ਸਾਨੂੰ ਪਤਾ ਹੋਵੇ ਕਿ ਕੱਲ੍ਹ ਕਿਹੜੀਆਂ ਕਿਰਿਆਵਾਂ ਅਸੀਂ ਸਾਡੇ ਕੋਲੋਂ ਮਾਲਕ ਨੇ ਕਰਾਉਣੀਆਂ ਨੇ ਜਾਂ ਕਿਹੜੀਆਂ ਸਾਨੂੰ ਕਰਨੀਆਂ ਪੈਣੀਆਂ, ਫਿਰ ਤਾਂ ਅਸੀਂ ਨਿਸ਼ਚਿਤ ਹੋਈਏ। ਅਗਲੇ ਪਲ ਦੀ ਖਬਰ ਨਹੀਂ ਹੈ, ਪਰ ਆਪਣੀ ਅਕਲ ਦੇ ਅਹੰਕਾਰ ਦੀ ਜਿਹੜੀ ਪਕੜ ਹੈ ਉਹਦੇ ਨਾਲ ਹਰੇਕ ਪਲ ਨੂੰ ਆਪਣੇ ਅਨੁਸਾਰ ਨਿਸ਼ਚਿਤ ਕਰਨ ਦਾ ਯਤਨ ਕਰਦੇ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇਸ ਬਿਰਤੀ ਦੇ ਵਿੱਚੋਂ ਆਸ ਦਾ ਜਨਮ ਹੁੰਦਾ ਹੈ। ਇਸ ਬਿਰਤੀ ਦੇ ਵਿੱਚੋਂ ਆਸ ਦਾ ਜਨਮ ਹੁੰਦਾ ਹੈ, ਅਤੇ ਆਸ ਜਦੋਂ ਪੈਦਾ ਹੁੰਦੀ ਹੈ ਉਦੋਂ ਬੰਦਾ ਕਈ ਤਰ੍ਹਾਂ ਦੀਆਂ ਹੋਰਾਂ ਸਥਿਤੀਆਂ ਦੇ ਨਾਲ ਵੀ ਜੁੜ ਜਾਂਦਾ ਹੈ। ਕੁਦਰਤੀ ਮਨ 'ਚ ਕਾਮਨਾ ਪੈਦਾ ਹੁੰਦੀ ਹੈ ਨਾ, ਤਾਂ ਬੰਦਗੀ ਕਰਮ ਵੀ ਜਿਹੜਾ ਹੈ ਅਧੂਰਾ ਹੋ ਜਾਂਦਾ ਹੈ। ਪਾਠ ਕਰਨ ਲੱਗਾ ਹੈ, ਪਹਿਲਾਂ ਹੀ ਮਨ 'ਚ ਆਸ ਹੈ ਕਿ ਇਸ ਪਾਠ ਦਾ ਮੈਨੂੰ ਆਹ ਫਲ ਮਿਲਣਾ ਚਾਹੀਦਾ। ਉਂਝ ਉਸ ਪਾਠ ਨੇ ਗਿਆਨ ਦੇ ਨੁਕਤੇ ਤੋਂ, ਮਾਨਸਿਕ ਠਹਿਰਾਓ ਦੇ ਨੁਕਤੇ ਤੋਂ, ਆਤਮਿਕ ਸ਼ਾਂਤੀ ਦੇ ਨੁਕਤੇ ਤੋਂ ਭਾਵੇਂ ਇਹਦੇ ਜੀਵਨ ਨੂੰ ਉਚਾਈ ਦੇ ਦੇਣੀ ਹੋਵੇ, ਪਰ ਇਹਨੇ ਪਾਠ ਦੇ ਕਰਮ ਨੂੰ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਕਿ ਮੇਰੀ ਇਸ ਕਾਮਨਾ ਕਰਕੇ ਪਾਠ ਹੋਣਾ ਚਾਹੀਦਾ, ਤਾਂ ਫਿਰ ਅਧੂਰਾ ਰਹਿ ਜਾਂਦਾ। ਧਰਮ ਵੀ ਆਸ ਨਾਲ ਜੋੜਿਆ, ਧਰਮ ਦਾ ਕੰਮ ਆਸ ਕਰਕੇ ਕਰਨਾ। ਉਂਝ ਮੈਨੂੰ ਕੋਈ ਮਤਲਬ ਨਹੀਂ ਗੁਰਦੁਆਰੇ ਕੀ ਚੱਲ ਰਿਹਾ ਕੀ ਨਹੀਂ, ਆ ਪਾਠ ਮੇਰੇ ਕਿਸੇ ਕਾਮਨਾ ਨੂੰ ਪੂਰਾ ਕਰਨ ਦੇ ਲਈ ਸਹਾਈ ਹੋ ਜੇ, ਜ਼ਰੂਰ ਕਰਾਂਗਾ। ਇਕੱਲਾ ਇਹੀ ਨਹੀਂ, ਇਹ ਤਾਂ ਇੱਕ ਨੁਕਤਾ ਹੈ। ਦੁਨੀਆਦਾਰੀ ਦੇ ਤਲ 'ਤੇ ਆਸ ਹੈ, ਸੰਪੱਤੀਵਾਨ ਹੋ ਜਾਵਾਂ, ਬੜਾ ਵੱਡਾ ਜਿਹੜਾ ਪੈਸੇ ਵਾਲਾ ਹੋ ਜਾਵਾਂ। ਇਸ ਆਸ ਦੇ ਵਿੱਚ ਲੱਗ ਕੇ ਸਭ ਤਰ੍ਹਾਂ ਦੇ ਜੀਵਨ ਦੀਆਂ ਜਿਹੜੀਆਂ ਪਰਿਸਥਿਤੀਆਂ ਉਹਨਾਂ ਦਾ ਜਿਹੜਾ ਹੈ ਮੱਧ ਲੈਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਸ। ਇਸ ਕਰਕੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਆਸ ਵਾਕ ਹਨ, ਆਸਾ ਸੇਤੀ ਚਿੱਤ ਮੂਰਖ ਲਾਇਆ, ਕਿ ਜਿਹੜੇ ਬਹੁਤ ਜ਼ਿਆਦਾ ਆਸਾ ਦੇ ਵਿੱਚ ਰਹਿੰਦੇ ਹਨ। ਆਸਾ ਦਾ ਮਤਲਬ ਜਿਵੇਂ ਮੈਂ ਸੋਚ ਰਿਹਾ ਉਵੇਂ ਹੋ ਜਾਵੇ। ਆਸਾ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਜਿਵੇਂ ਮੈਂ ਸੋਚ ਰਿਹਾ ਉਵੇਂ ਹੋ ਜਾਵੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਆਸਾ ਵਿੱਚ ਆਪਣੇ ਆਪ ਨੂੰ ਬੜਾ ਗਹਿਰਾ ਰੱਖਿਆ ਹੁੰਦਾ ਹੈ, ਉਹ ਦੁਨੀਆਦਾਰ ਦੇ ਨੁਕਤੇ ਤੋਂ ਮੂਰਖ ਹੀ ਹਨ। ਅਤੇ ਆਖਦੇ ਨੇ ਵੱਤ ਆਸੂਣੀ ਬੰਨ। ਹੁਣ ਬੰਦਾ ਇੱਕ ਤਾਂ ਆਪਣੀਆਂ ਆਸਾਂ ਨੇ, ਦੂਜਾ ਦੁਨੀਆਦਾਰ ਦੇ ਵਿੱਚ ਰਹਿ ਰਿਹਾ, ਦੁਨੀਆਦਾਰਾਂ ਦੀਆਂ ਬੜੀਆਂ ਆਸਾਂ ਨੇ।
ਪਤਨੀ ਦੀ ਆਪਣੀ ਆਸ ਹੈ ਕਿ ਮੇਰੇ ਜੀਵਨ ਦੀਆਂ ਜਿਤਨੀਆਂ ਲੋੜਾਂ ਨੇ ਜਿਹੜੀਆਂ ਰਾਇਲ ਕਿਸਮ ਦੀਆਂ ਹੋ ਗਈਆਂ ਨੇ, ਔਰ ਜਿਨ੍ਹਾਂ ਦੇ ਵਿੱਚ ਮਨ ਦੀ ਚੰਚਲਤਾ ਅਤੇ ਮਨ ਦਾ ਆਪ ਹੁਦਰਾਪਣ ਅਤੇ ਜੀਵਨ ਦੇ ਅਧੂਰੇਪਣ ਦੀਆਂ ਜਿਹੜੇ ਖਿਆਲ ਸ਼ਾਮਲ ਨੇ, ਉਹ ਸਾਰੀਆਂ ਪਤੀ ਪੂਰੀਆਂ ਕਰੇ। ਉਹ ਫਿਰ ਆਪਣੀਆਂ ਦਾ ਛੱਡ ਦਿੰਦਾ, ਉਹਦੀਆਂ ਪਕੜ ਲੈਂਦਾ। ਤਾਂ ਹੀ ਬਾਣੀ 'ਚ ਵਾਕ ਕਹੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਿਆਨ ਲੁਟਾਵੈ। ਕਿਉਂਕਿ ਉਹਦੀ ਆਸ ਨਾਲ ਜੁੜ ਗਿਆ। ਉਹ ਕਾਮਨਾ ਕਰਦੀ ਹੈ ਕਿ ਰੋਜ਼ ਜਦੋਂ ਆਪਣੇ ਬਿਜ਼ਨਸ ਟੂਰ ਤੋਂ ਵਾਪਸ ਆਵੇ ਅਤੇ ਕੋਈ ਡਾਇਮੰਡ ਦਾ ਗਹਿਣਾ ਹੋਵੇ ਕੋਲ ਇਹਦੇ। ਹੁਣ ਕੁਦਰਤੀ ਹੈ, ਬਿਜ਼ਨਸ ਦੇ ਵਿੱਚ ਭਾਵੇਂ ਇਮਾਨਦਾਰੀ ਦੇ ਨਾਲ ਚੱਲਿਆ, ਜਿਹੜਾ ਉੱਪਰਲੀ ਉਹਦੀ ਆਸ ਪੂਰੀ ਕਰਨੀ ਹੈ, ਹੋ ਸਕਦਾ ਉਹਦੇ ਲਈ ਪਾਪ ਕਰਮ ਕਰਨਾ ਪਵੇ। ਪਤਨੀ ਦੀ ਆਸ ਦੇ ਥੱਲੇ ਦੱਬਿਆ ਹੋਇਆ ਪਾਪ ਕਰਮ ਲਈ ਮਜਬੂਰ ਹੁੰਦਾ। ਬੱਚਿਆਂ ਦੀ ਆਪਣੀਆਂ ਆਸਾਂ ਨੇ ਕਿ ਸਾਡੇ ਜੀਵਨ ਦੀ ਜਿਹੜੀ ਸਾਰੇ ਤਰ੍ਹਾਂ ਦੀ ਜਿਹੜੀ ਅਯਾਸ਼ੀ ਹੈ, ਅੱਜ ਦੇ ਸਮੇਂ 'ਚ ਅਯਾਸ਼ੀ ਕਹਿਣਾ ਪਏਗਾ। ਜੇ ਮਾਂ ਪਿਓ ਦੇ ਸਿਵਲਾਈਜੇਸ਼ਨ ਵਾਲੇ ਸੈਂਟਰ ਨੂੰ ਬੱਚੇ ਬੁੱਝਦੇ ਹੋਣ ਤਾਂ ਜੋ ਜ਼ਮਾਨੇ ਦੀ ਹਾਲਤ ਕੁਝ ਹੋਰ ਹੋਵੇ। ਅੱਜ ਅਯਾਸ਼ੀ ਮਾਈਂਡ ਜਿਹੜਾ ਹੈ ਮਾਤਾ ਪਿਤਾ ਦਾ ਡੋਮੀਨੈਂਟ ਹੋ ਰਿਹਾ। ਉਹਦੇ ਵਿੱਚ ਉਹਦੀ ਆਪਣੀ ਆਸ ਹੈ। ਉਹਨਾਂ ਦੀ ਆਸ ਹਿੱਤ ਦੇ ਲਈ ਕਈ ਤਰ੍ਹਾਂ ਦੇ ਪ੍ਰਪੰਚ ਕਰਦਾ। ਉਸ ਤੋਂ ਬਾਅਦ ਦੋਸਤਾਂ ਮਿੱਤਰਾਂ ਦੀਆਂ ਕਈ ਆਸਾਂ ਨੇ। ਸਾਡੇ ਨਾਲ 4 ਘੜੀਆਂ ਬੈਠ, ਗੁਰਦੁਆਰੇ ਭਾਵੇਂ ਸਾਰਾ ਸਾਲ ਨਾ ਜਾ, ਸਾਰੇ ਵਿਆਹਾਂ ਦੇ ਵਿੱਚ ਤੇਰੀ ਹਾਜ਼ਰੀ ਚਾਹੀਦੀ ਹੈ। ਅੰਤਮ ਅਰਦਾਸ ਸਮਾਗਮ ਦੇ ਵਿੱਚ 5 ਮਿੰਟ ਵੀ ਨਹੀਂ ਨਿਕਲਣਗੇ। ਵੱਤ ਆ ਸੋਹਣੀ ਵੰਨ ਹਰ ਪੱਧਰ 'ਤੇ ਆਸ ਨਾਲ ਜੁੜਿਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਨਾਂ ਆਸਾਂ ਦੀਆਂ ਪੂਰਤੀਆਂ ਦੇ ਵਿੱਚ ਸਾਰਾ ਜੀਵਨ ਨਿਕਲ ਜਾਂਦਾ ਹੈ। ਅਤੇ ਫਿਰ ਵੀ ਕੋਈ ਨਾ ਕੋਈ ਆਸ। ਬੜੀ ਹੈਰਾਨਗੀ ਹੁੰਦੀ ਹੈ, ਕਈ ਵਾਰੀ ਜੀਵਨ ਦਾ ਨਾ ਆਮ ਹਾਲਤ ਦੇਖੀਦੀ ਤਾਂ ਸੋਚੀਦਾ ਕਿ ਕੁਝ ਤਾਂ ਬੰਦੇ ਨੂੰ ਸਤਰਕ ਚੱਲਣਾ ਚਾਹੀਦਾ। ਘਰ ਦੇ ਵਿੱਚ ਕੋਈ ਚੀਜ਼ ਜਿਹੜੀ ਨਾ ਅਸੀਂ ਵਰਤਦੇ ਹਾਂ, ਜਿਵੇਂ ਰੋਜ਼ਮਰਾ ਦੀਆਂ ਚੀਜ਼ਾਂ, ਉਹਨਾਂ ਦੀ ਵੈਲਿਡਿਟੀ ਪਹਿਲੀ ਗੱਲ ਤਾਂ ਦੁਕਾਨ ਵਾਲੇ ਨਿਸ਼ਚਿਤ ਕਰ ਦਿੰਦੇ ਨੇ, ਇੰਨੇ ਕੁ ਸਾਲ ਹੈਗੀ ਹੈ। ਉਸ ਤੋਂ ਬਾਅਦ ਜੇ ਉਹਦੀ ਵੈਲਿਡਿਟੀ ਲੰਘ ਜਾਵੇ, ਜਾਂ ਤਾਂ ਸੁੱਟਣ ਦੇ ਯੋਗ ਸਮਝਦੇ ਹਾਂ, ਜੇ ਸੁੱਟਣਾ ਨਾ ਚਾਹੀਏ ਤਾਂ ਉਹਨੂੰ ਘਰ ਦੇ ਕਿਸੇ ਕਾਰਨਰ ਵਿੱਚ ਰੱਖਦੇ ਆ। ਉਹਦੇ ਤੋਂ ਕੋਈ ਦੂਜੀ ਉਮੀਦ ਨਹੀਂ ਕਰਦੇ ਵੀ ਹੁਣ ਇਹ ਕਿਸੇ ਹੋਰ ਕੰਮ ਆ ਜਾਏਗੀ। ਪਰ ਬੰਦੇ ਦਾ ਜੀਵਨ ਇੰਨਾ ਜ਼ਿਆਦਾ ਰਫ ਹੋ ਜਾਂਦਾ ਹੈ ਕਿ ਬਜ਼ੁਰਗ ਨੂੰ ਦਿਖਦਾ ਨਹੀਂ। 4 ਕਦਮ ਚੱਲਣਾ ਵੀ ਔਖਾ ਹੈ ਉਹਦੇ ਲਈ। ਉਹਦੇ ਜੀਵਨ ਦੀ ਕੋਈ ਕਿਰਿਆ ਠੀਕ ਢੰਗ ਦੇ ਨਾਲ ਨਹੀਂ ਚੱਲ ਰਹੀ, ਤਾਂ ਵੀ ਪਰਿਵਾਰ ਦੀ ਆਸਾ ਵਿੱਚ ਬੱਝਿਆ ਹੋਇਆ, ਹੋਰ ਕੁਝ ਨਹੀਂ ਤਾਂ ਨੇੜੇ ਦਫ਼ਤਰ 'ਚ ਬੇਲੀ ਤਾਰ ਆਓ। ਵੱਤ ਆ ਸੋਹਣੀ ਵੰਨ। ਕਈ ਬੰਦੇ ਦੇਖੀਦਾ ਹੈ ਕਿ ਆਪਣੇ ਜੀਵਨ ਦੇ ਅੰਤਲੇ ਸਵਾਸ ਤੱਕ ਪਰਿਵਾਰ ਦੇ ਬੋਝ ਥੱਲੇ ਦੱਬੇ ਹੋਣਗੇ ਅਤੇ ਆਪਣਾ ਨਾ ਫਿਰ ਉਹ ਅਕਲ ਦਾ ਪ੍ਰਗਟਾਵਾ ਬੜਾ ਵਧੀਆ ਕਰਨਗੇ। ਨਹੀਂ ਜੀ, ਮੈਂ ਪਰਿਵਾਰ ਦੀ ਬੜੀ ਕੇਅਰ ਕਰਦਾ। ਬੰਦਾ ਕੀ ਦੱਸੇ ਕਿ ਤੂੰ ਤਾਂ ਆਸਾਂ ਦੀ ਗਹਿਰੀ ਖਾਈ ਵਿੱਚ ਮਰ ਚੁੱਕਿਆ ਹੈ। ਤੈਨੂੰ ਆਪਣੇ ਜੀਵਨ ਦੇ ਮਨੋਰਥ ਬਾਣੀ ਵਿੱਚ ਇੱਕ ਵਾਕ ਆਉਂਦਾ, ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮ ਨਾ ਆਇਆ। ਪਤਨੀ ਦੇ ਹਿੱਤ ਪੂਰੇ ਕੀਤੇ, ਔਲਾਦ ਦੇ ਕੀਤੇ, ਦੋਸਤਾਂ ਮਿੱਤਰਾਂ ਦੇ ਕੀਤੇ, ਆਪਣੀ ਜ਼ਿੰਦਗੀ ਨੂੰ ਪਵਿੱਤਰ ਬਣਨ ਦਾ ਜਿਹੜਾ ਕੋਈ ਇੱਕ ਅੱਧਾ ਮਾੜਾ ਮੋਟਾ ਕੰਮ ਕਰਨਾ ਸੀ ਕੀਤਾ ਨਹੀਂ। ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹ ਵਿਗਾਰ ਹੀ ਢੋਂਦਾ ਰਿਹਾ ਸਾਰੀ ਜ਼ਿੰਦਗੀ। ਘਰ ਕਹਿ ਕਾਮ ਨਾ ਆਇਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੱਤ ਆ ਸੋਹਣੀ ਵੰਨ ਹਰ ਪਲ ਅੱਗੇ ਚੱਲਦਾ ਗਿਆ, ਹਰ ਪਲ ਅੱਗੇ। ਔਰ ਕਿੰਨੀਆਂ ਆਸਾਂ ਦੇ ਵਿੱਚ ਚੱਲਦਾ ਹੈ। ਬਾਣੀ ਦੇ ਵਿੱਚ ਵਾਕ ਆਉਂਦਾ ਹੈ, ਆਸਾ ਵਿੱਚ ਅਤ ਦੁੱਖ ਕਣਾ। ਕਿਉਂਕਿ ਜੀਵਨ ਸਿਰਜਿਆ ਜਾ ਚੁੱਕਾ ਹੈ। ਜੀਵਨ ਜਿਹੜਾ ਵਾਪਰਨਾ ਉਹ ਪਹਿਲਾਂ ਹੋ ਚੁੱਕਾ ਹੈ। ਇਹ ਕਦੇ ਨਾ ਜੀਵਨ 'ਚ ਖਿਆਲ ਰੱਖਣਾ ਕਿ ਜਿਵੇਂ ਦਾ ਜੇ ਮੈਂ ਬਹੁਤ ਪੜ੍ਹਿਆ ਲਿਖਿਆ ਹੋ ਜਾਵਾਂ ਅਤੇ ਮੈਂ ਹਰੇਕ ਕਾਰਜ ਨੂੰ ਬੜੀ ਬਰੀਕ ਨਾਲ ਸੋਚ ਕੇ ਉਹਦਾ ਚੰਗਾ ਜਿਹਾ ਮਾਡਲ ਬਣਾ ਲਵਾਂ ਅਤੇ ਉਂਝ ਹੋ ਜਾਏਗਾ। ਉਂਝ ਨਹੀਂ ਹੋਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਸਾ ਦੇ ਵਿੱਚ ਚੱਲਦਾ ਰਹਿੰਦਾ ਹੈ। ਆਸਾ ਕਰਕੇ ਹੋਰ ਕਈ ਔਗਣਾਂ ਨੂੰ ਜਨਮ ਦਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇਹਦੇ ਜੀਵਨ ਦੀ ਜਿਹੜੀ ਪੂਰੀ ਤਰ੍ਹਾਂ ਇਹਦਾ ਜੀਵਨ ਫਸਿਆ ਹੁੰਦਾ ਹੈ। ਤਾਂ ਕਹਿੰਦੇ ਫਿਰ ਇਹਦੀ ਹਾਲਤ ਨੂੰ ਮੌਤ ਦਾ ਫਰਿਸ਼ਤਾ ਤੋੜਦਾ ਹੈ। ਸਭ ਦਰਵਾਜ਼ੇ ਭੰਨ। ਹਨੇਰੀ ਚੱਲ ਰਹੀ ਹੋਵੇ ਤਾਂ ਬੰਦਾ ਆਪਣੇ ਮੂੰਹ 'ਤੇ ਰੁਮਾਲ ਬੰਨ੍ਹ ਲਏਗਾ, ਅੱਖਾਂ ਬੰਦ ਕਰ ਲਏਗਾ, ਜਾਂ ਘਰ ਦੇ ਅੰਦਰ ਚਲੇਗਾ ਕਿ ਮੇਰੇ 'ਤੇ ਧੂੜ ਮਿੱਟੀ ਨਾ ਪਵੇ। ਹੁਣ ਬਾਕੀ ਸਥਿਤੀਆਂ ਤੋਂ ਬਚਣ ਦੇ ਲਈ ਪਾਸਾ ਪਰਤਾਇਆ ਜਾ ਸਕਦਾ ਹੈ। ਸਾਹਮਣੇ ਹਿੰਸਕ ਜਾਨਵਰ ਆ ਰਿਹਾ ਹੈ, ਰਾਹ ਬਦਲਿਆ ਜਾ ਸਕਦਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਲਕਲ ਮੌਤ ਜਾਂ ਆਵਸ, ਜਦੋਂ ਮੌਤ ਦਾ ਫਰਿਸ਼ਤਾ ਅਜਰਾਈ ਲਾਉਂਦਾ ਹੈ ਸਭ ਦਰਵਾਜ਼ੇ ਭੰਨ। ਫਿਰ ਭਾਵੇਂ 10 ਡਾਕਟਰਾਂ ਦੀ ਨਿਗਰਾਨੀ ਹੇਠ ਬੈਠਾ ਹੋਵੇ ਅਤੇ ਐਸੇ ਜੰਤਰ ਲਾਏ ਹੋਣ ਜੋ ਸਰੀਰ ਦੀ ਹਰੇਕ ਕਿਰਿਆ ਦੀ ਮਾਈਕਰੋ ਸੈਕਿੰਡ ਹਿਸਾਬ ਦੇ ਨਾਲ ਖਬਰ ਦਿੰਦੇ ਹੋਣ, ਤਾਂ ਵੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਭ ਦਰਵਾਜ਼ੇ ਭੰਨ।
ਉਹ ਪ੍ਰਾਣ ਰੂਪ ਪੰਖੀ ਨੂੰ ਕਿੱਧਰੋਂ ਵੀ ਕੱਢ ਕੇ ਲਿਜਾ ਸਕਦਾ ਹੈ। ਫਿਰ ਸੰਬੰਧੀਆਂ ਦਾ ਅਤੇ ਦੋਸਤਾਂ ਮਿੱਤਰਾਂ ਦਾ ਬਣਿਆ ਹੋਇਆ ਸੈਂਕੜੇ ਦੀ ਗਿਣਤੀ ਵਿੱਚ ਹਜੂਮ ਰੱਖਿਆ ਨਹੀਂ ਕਰ ਸਕਦਾ ਕਿ ਇਹਦੇ ਵਿੱਚੋਂ ਪ੍ਰਾਣ ਰੂਪ ਪੰਖੀ ਕੌਣ ਕੱਢ ਕੇ ਕਿਵੇਂ ਲਿਜਾ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਭੰਨ ਦਾ ਮਤਲਬ ਇਹ ਹੈ, ਫਿਰ ਕੁਦਰਤੀ ਜਿਨ੍ਹਾਂ ਨੇ ਕਦੇ ਜੀਵਨ 'ਚ ਮਾੜਾ ਮੋਟਾ ਨਾ ਤਾਂ ਕੀ ਕਹਿੰਦੇ ਉਹਨੂੰ ਸਰਲ ਜੀ ਭਾਸ਼ਾ 'ਚ ਕਿ ਸਿੱਧਾ ਜਿਹਾ ਵੀ ਜਿਉਣਾ ਚਾਹੀਦਾ ਹੈ। ਬੰਦੇ ਮ੍ਰਿਤੂ ਵਾਲੇ ਬੰਦੇ ਤੋਂ ਜਿੱਦਣ ਪਤਾ ਲੱਗ ਜੇ ਨਾ ਇਹਦੀ ਹਾਲਤ ਥੋੜ੍ਹੀ ਮਾੜੀ ਹੈ, ਉਹ ਥੋੜ੍ਹਾ ਜਿਹਾ ਪਾਸਾ ਵੱਟ ਜਾਂਦੇ ਨੇ, ਪਰ ਵੱਟਣਾ ਨਹੀਂ ਚਾਹੀਦਾ। ਅੰਤਿਮ ਸਮੇਂ ਕਦੇ ਜਿਨ੍ਹਾਂ ਨੇ ਕਿਸੇ ਮੁਰਦੇ ਦੀ ਹਾਲਤ ਦੇਖੀ ਹੋ, ਜਿਨ੍ਹਾਂ ਨੇ ਦੇਖੀ ਉਹਨਾਂ ਦੀ ਗੱਲ ਕਰ ਰਿਹਾ, ਦੂਜਿਆਂ ਦੀ ਨਹੀਂ। ਜਿਹਦੀ ਜੀਵਨ ਦੇ ਮਤਲਬ ਪ੍ਰਾਣ, ਜਿਹਦੀ ਚੇਤਨਾ ਪਹਿਲਾਂ ਸਮਾਪਤ ਹੋ ਚੁੱਕੀ ਹੈ, ਉਹਦੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਨੇ ਪਰ ਬੋਧ ਨਹੀਂ ਪੈਦਾ ਕਰ ਰਹੀਆਂ ਹੁੰਦੀਆਂ। ਪਰਿਵਾਰ ਸਮਝਦਾ ਕਿ ਅਸੀਂ ਆਪਣੇ ਬਜ਼ੁਰਗ ਦੇ ਚਿਹਰੇ 'ਤੇ ਚੁੱਕੇ ਹਾਂ, ਸਾਨੂੰ ਦੇਖ ਰਿਹਾ ਹੈ, ਪਰ ਉਹਦੇ ਅੰਦਰੋਂ ਚੇਤਨਾ ਅਲੋਪ ਹੋ ਚੁੱਕੀ ਹੁੰਦੀ ਹੈ। ਉਹ ਕੇਵਲ ਦੇਖ ਹੀ ਰਿਹਾ ਹੁੰਦਾ, ਉਹਨੂੰ ਨਹੀਂ ਪਤਾ ਤੁਸੀਂ ਕੌਣ ਹੋ। ਜੀਵਨ ਦੇ ਵਿੱਚ ਜਿਹੜਾ ਫਿਰ ਉਹਨੂੰ ਅਸੀਂ ਉਹਦੇ ਉੱਪਰ ਛਾਤੀ ਦੇ ਉੱਪਰ ਹੱਥ ਲਗਾ ਕੇ ਮਲਦੇ ਹਾਂ ਜਾਂ ਉਹਦਾ ਹੱਥ ਘੁੱਟਦੇ ਹਾਂ ਕਿ ਅਸੀਂ ਤੇਰੇ ਨਾਲ ਹਾਂ, ਉਹਦੇ ਅੰਦਰ ਸ਼ੋਅ ਦੀ ਚੇਤਨਾ ਮੁੱਕ ਚੁੱਕੀ ਹੁੰਦੀ ਹੈ। ਉਹਨੂੰ ਇੰਨਾ ਪਤਾ ਕਿਸੇ ਨੇ ਹੱਥ ਪਕੜਿਆ, ਪਰ ਇਸ ਹੱਥ ਪਕੜਨ ਦੇ ਨਾਲ ਕੋਈ ਹਮਦਰਦੀ ਦਿਖਾ ਰਿਹਾ, ਸ਼ੁਭ ਚਿੰਤਕੀ ਜ਼ਾਹਰ ਕਰ ਰਿਹਾ, ਇਸ ਗੱਲ ਦਾ ਉਹਨੂੰ ਕੋਈ ਪਤਾ ਨਹੀਂ। ਇਸ ਕਰਕੇ ਦੁਨੀਆ ਦੇ ਰਿਸ਼ੀਵਰਾਂ ਨੇ ਜਿਨ੍ਹਾਂ ਨੇ ਮੌਤ ਦੇ ਚਿੰਤਨ 'ਤੇ ਲਿਖਿਆ ਹੈ ਕਿ ਹਰੇਕ ਦੁਨੀਆ ਦਾ ਬੰਦਾ ਚਾਹੇ ਉਹ ਆਤਮ ਹੱਤਿਆ ਕਰਕੇ ਮਰੇ, ਐਕਸੀਡੈਂਟ 'ਚ ਮਰੇ, ਨੈਚੁਰਲ ਮੌਤ ਮਰੇ, ਉਹ ਆਪਣੀ ਮੌਤ ਤੋਂ ਕੋਈ 28 ਸੈਕਿੰਡ ਪਹਿਲਾਂ ਅਚੇਤ ਹੋ ਜਾਂਦਾ ਹੈ। ਉਹਦੇ ਅੰਦਰ ਜੀਵਨ ਦੀ ਉਹ ਕੌਨਸ਼ੀਅਸਨੈਸ ਨਹੀਂ ਬਚਦੀ ਕਿ ਮੇਰੀਆਂ ਅੱਖਾਂ ਦਾ ਜਾਂ ਮੇਰੇ ਸੰਬੰਧੀ ਕੌਣ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਨ੍ਹਾਂ ਦਾ ਜ਼ਿਕਰ ਤੇਰੇ ਨਾਲ ਇਹ ਜੁੜਿਆ ਸੀ ਕਿ ਤੇਰੇ ਕਰਕੇ ਹੀ ਸਾਡੀ ਸ਼ੋਭਾ ਹੈ ਸਾਡੇ ਪਿੰਡ ਦੇ ਵਿੱਚ। ਉਂਝ ਤੇਰੇ ਬਿਨਾਂ ਤਾਂ ਅਸੀਂ ਘਰੋਂ ਬਾਹਰ ਇੱਕ ਕਦਮ ਨਹੀਂ ਰੱਖਦੇ। ਅਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਪ੍ਰਾਣ ਪੰਖੇਰੂ ਹੋ ਗਏ, ਇਹ ਤ੍ਰੈ ਮਨ ਦੀ ਜਿਹੜੀ ਦੇਹੁਰੀ ਸੀ, ਜਿਹਨੂੰ ਪਾਲਣ ਦੇ ਲਈ ਕਈ ਤਰ੍ਹਾਂ ਦੇ ਪਾਪ ਕੀਤੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਸ ਦੇਹ ਨੂੰ ਰੁਖਸਤ ਹੋਏ ਆਲਣੇ ਨੂੰ, ਦੇਹ ਰੂਪ ਆਲਣੇ ਨੂੰ ਫਿਰ ਤਿੰਨਾਂ ਪਿਆਰਿਆਂ, ਜਿੰਨੇ ਪਿਆਰੇ ਨੇ, ਉਦੋਂ ਕੋਈ ਨਹੀਂ ਵਾਚਨਾ ਕਰਦਾ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਅੱਗੇ ਦਿੱਤਾ ਬੰਨ। ਤਾਂ ਹੁਣ ਕਹਿੰਦੇ ਇੱਕ ਫਕੀਰ ਜਿਨਨੇ ਇਸ ਜੀਵਨ ਨੂੰ ਦੇਖਿਆ ਕਿ ਕੱਲ੍ਹ ਕਿਸੇ ਘਰੇ ਬੱਚਾ ਪੈਦਾ ਹੋਇਆ ਸੀ, ਉਹਦਾ ਸਾਰੀ ਜ਼ਿੰਦਗੀ ਦਾ ਜੀਵਨ ਲੰਘਿਆ ਆਸਾ ਦੇ ਵਿੱਚ ਬਤੀਤ ਕੇ, ਅਤੇ ਅੱਜ ਉਹਦੇ ਜੀਵਨ ਦੀ ਸਮਾਪਤੀ ਹੈ ਅਤੇ ਉਸ ਘਰ ਤੋਂ ਅਰਥੀ ਚੱਲ ਰਹੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਚੌ ਜਣਿਆਂ ਦਾ ਕੰਨ ਆਸਾ ਪੂਰਤੀ ਕਰਨ ਦੇ ਲਈ ਹਜ਼ਾਰਾਂ ਦੇ ਦੁਆਰ 'ਤੇ ਜਾ ਕੇ ਜਿਹੜਾ ਝੁਕਦਾ ਰਿਹਾ, ਪਰ ਜਦੋਂ ਇਹਦੇ ਜੀਵਨ ਦੇ ਅੰਤਿਮ ਸਫ਼ਰ ਨੂੰ ਪੂਰਾ ਕਰਨਾ ਸੀ, ਬਹੁਤਾ ਵੱਡਾ ਹਜੂਮ ਨਹੀਂ, ਕੇਵਲ 4 ਜਣੇ ਚਾਹੀਦੇ ਸਨ। ਅਤੇ ਵਰਤਮਾਨ ਯੁੱਗ ਦੇ ਵਿੱਚ ਐਸੀ ਵੀ ਹਕੀਕਤ ਸਾਹਮਣੇ ਆਈ ਕਿ ਇੱਕ ਵੀ ਹੱਥ ਜੋੜ ਗਿਆ। ਇੱਕ ਤਾਂ ਨੈਚੁਰਲ ਕੁਦਰਤੀ ਮੌਤ ਹੋਵੇ ਤਾਂ 4 ਬੰਦੇ ਕਹਿੰਦੇ ਚਲੋ, ਜੇ ਬਹੁਤ ਰਿਸ਼ਤੇਦਾਰ ਨਹੀਂ ਵੀ ਹੈਗੇ, ਗਵਾਂਢੀ ਉੱਦਮ ਕਰ ਲੈਂਦੇ ਨੇ, ਚਲੋ 4 ਜਣੇ ਛੱਡ ਆਈਏ। ਅੱਜ ਇਸ ਯੁੱਗ ਦੇ ਵਿੱਚ ਅਸੀਂ ਸਮੇਂ 'ਚ ਨਿਕਲ ਰਹੇ ਹਾਂ, ਆਪ ਜੀ ਨੇ ਸਾਰਾ ਕੁਝ ਦੇਖਿਆ ਸਮਝਿਆ ਹੈ, ਇੱਕ ਵੀ ਬਾਕੀ ਨਹੀਂ ਬਚਿਆ। ਪਿਤਾ ਪੁੱਤਰ ਨੂੰ ਤਲਾਂਜਲੀ ਦੇ ਗਿਆ, ਮਾਤਾ ਪੁੱਤਰ ਨੂੰ ਦੇ ਗਈ, ਹਰ ਇੱਕ ਸੰਬੰਧ ਤਲਾਂਜਲੀ ਦੇ ਗਿਆ। ਜਿਹੜੀ ਦੁਨੀਆਦਾਰੀ ਵੀ ਨਹੀਂ ਪੂਰੀ ਕੀਤੀ ਕਿ ਘੱਟੋ ਘੱਟ ਦੁਨੀਆਦਾਰੀ ਪੂਰੀ ਕਰ ਦਿਓ, ਅਗਲੇ ਸਫ਼ਰਾਂ 'ਤੇ ਕੌਣ ਕਿਹਦੇ ਨਾਲ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਚੌ ਜਣਿਆਂ ਦੇ ਕੰਨ ਚੌਹਾਂ ਦੇ ਮੋਢਿਆਂ ਉੱਪਰ ਹੈ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਇਹ ਤਾਂ ਜੀਵਨ ਚੱਲ ਗਿਆ। ਹੋ ਸਕਦਾ ਇਹਦੇ ਨੂੰ ਜਿੰਨੇ ਬੰਦੇ ਮਿਲੇ ਹੋਣ, ਸਾਰਿਆਂ ਦੀਆਂ ਆਸਾਂ ਪੂਰੀਆਂ ਕੀਤੀਆਂ ਹੋਣ, ਪਤਨੀ ਨੂੰ ਡਾਇਮੰਡ ਦੇ ਨਾਲ ਲੱਦ ਦਿੱਤਾ ਹੋਵੇ, ਬੱਚਿਆਂ ਨੂੰ ਇੰਨੇ ਰੌਲ ਬਣਾਇਆ ਹੋਵੇ ਕਿ ਵਿਦੇਸ਼ਾਂ ਦੀ ਸਾਰਿਆਂ ਦੀ ਯਾਤਰਾ ਕਰਵਾਈ। ਮੇਰੇ ਕਈ ਨਿਕਟਵਰਤੀ ਨੇ, ਉਹ ਆਪਣੀ ਜ਼ਿੰਦਗੀ ਦੀ ਇਸ ਗੱਲ ਨੂੰ ਬੜੀ ਸਫਲਤਾ ਗਿਣਦੇ ਨੇ ਕਿ ਸਾਡੇ ਬੱਚੇ ਨੇ ਸਾਡੇ ਕਰਕੇ 60 ਕੰਟਰੀਆਂ ਘੁੰਮੀਆਂ ਨੇ। ਉਹ ਇਸ ਗੱਲ ਦੀ ਬੜੀ ਗਿਣਤੀ ਕਰਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਹੋ ਸਕਦਾ ਤੂੰ ਬੜੀਆਂ ਆਸਾਂ ਪੂਰੀਆਂ ਕੀਤੀਆਂ ਹਨ, ਹਰੇਕ ਬੰਦੇ ਦੀ ਕੀਤੀ ਹੋਵੇ, ਆਪਣਾ ਸਮੁੱਚਾ 100 ਸਾਲ ਦਾ ਜੀਵਨ ਵੀ ਜੀਵਿਆ ਹੋਵੇ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੇਰੇ ਜੀਵਨ ਦੇ ਅੰਤਿਮ ਸਫ਼ਰ ਦੇ ਸ਼ਮਸ਼ਾਨ ਭੂਮੀ ਤੱਕ 4 ਹੀ ਸਹਾਇਕ ਚਾਹੀਦੇ ਨੇ, ਉਹ ਕਿਰਾਏ ਦੇ ਵੀ ਹੋ ਸਕਦੇ ਨੇ। ਇਸ ਕਰਕੇ ਅਸਲ ਵਿਸ਼ਾ ਇਹ ਹੈ, ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਜਿਹੜਾ ਮਾਲਕ ਨੇ ਤੈਨੂੰ ਰਿਜ਼ਕ ਦਿੱਤਾ, ਅੰਨ ਪਾਣੀ ਦਾ, ਇਸ ਦੇਹ ਨੂੰ ਪਾਲਣ ਦੇ ਲਈ ਸਵਾਸ ਦਿੱਤੇ, ਜੀਵਨ ਦਾ ਹੋਰ ਸਾਰਾ ਕੁਝ ਦਿੱਤਾ, ਉਹਨੇ ਇਸੇ ਕਰਕੇ ਦਿੱਤਾ ਸੀ ਕਿ ਸ਼ੁਭ ਕਰਮ ਪੈਦਾ ਕਰ ਸਕੇ। ਜੇ ਨਹੀਂ ਕੀਤਾ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਧੂਰਾ। ਇਸ ਕਰਕੇ ਦੇਹ ਵੀ ਜਿਹੜੀ ਹੈ ਕਬਰ ਦੇ ਵਿੱਚ ਪਈ ਗਲ ਜਾਏਗੀ। ਕੇਵਲ ਤੇਰੇ ਕਰਮਾਂ ਦੀ, ਜਿਹੜੀ ਸ਼ੁਭ ਕਰਮਾਂ ਦੀ ਜਾਂ ਜਿਵੇਂ ਦੇ ਕਰਮ ਹਨ, ਉਹੀ ਰਾਸ ਤੇਰੀ ਅੱਗੇ ਜਾ ਕੇ ਵਾਚੀ ਜਾਏਗੀ ਅਤੇ ਉਹੀ ਤੇਰੇ
ਕੰਮ ਆਏਗੀ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰ ਦੇਣ, ਕਿਰਪਾ ਕਰਨ, ਸਾਨੂੰ ਜੀਵਨ ਦੀ ਗਹਿਰੀ ਚੇਤਨਤਾ, ਗੰਭੀਰਤਾ ਪੈਦਾ ਹੋਵੇ ਅਤੇ ਸਤਿਗੁਰੂ ਦੇ ਸ਼ਬਦ ਆਧਾਰ ਦੇ ਨਾਲ ਜੀਵਨ ਨੂੰ ਬੰਦਗੀ, ਗਿਆਨ, ਵੈਰਾਗ ਦੇ ਗੁਣਾਂ ਦੇ ਸਹਿਤ ਕਰਕੇ ਸਫਲ ਕਰਨ ਦਾ ਯਤਨ ਕਰੀਏ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।